ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਚੌਥਾ। ਹਾਰ ਪਹਿਲੜੀ ਲਾਭ, ਪਰ ਬਿਰਤੀ ਕਰਮ ਦਰੜਾਇਆ। ਬਲਰਾਮ ਜੀਓ। ਪਾਵਨ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੂਹੀ ਰਾਗਣੀ ਦੇ ਅੰਦਰ ਹੈ। ਪਾਵਨ ਸ਼ਬਦ ਦੀਆਂ ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਕੱਲ ਬੱਚਿਆਂ ਨੇ ਕੁਝ ਸਵਾਲ ਕੀਤੇ ਨੇ, ਮੈਂ ਉਹਨਾਂ ਦੇ ਉੱਤਰ ਦੇਣਾ ਉਚਿਤ ਸਮਝਾਂਗਾ। ਤਕਰੀਬਨ ਗੁਰੂ ਦੀ ਕਿਰਪਾ ਰਹਿਮਤ ਦੇ ਨਾਲ 1100-1200 ਵਿਦਿਆਰਥੀ ਨੇ ਜੋ ਲਾਈਵ ਕਥਾ ਸਰਵਣ ਕਰਦੇ ਨੇ, ਸੰਥਿਆ ਕਰਦੇ ਨੇ ਤੇ ਕਥਾ ਸਿੱਖ ਰਹੇ ਨੇ। ਜੋ ਇੱਥੇ ਨਹੀਂ ਰਹਿ ਸਕਦੇ, ਦੂਰ ਦਰਾਡੇ ਨੇ। ਕਈ ਬੱਚਿਆਂ ਨੇ ਫੋਨ ਕਰਕੇ ਇਹ ਸਵਾਲ ਕੀਤਾ ਸੀ ਵੀ ਜੋ ਕੱਲ ਪਾਵਨ ਸ਼ਬਦ ਦੀਆਂ ਵਿਚਾਰਾਂ ਹੋਈਆਂ ਨੇ ਤੇ ਉਹ ਪਾਵਨ ਸ਼ਬਦ ਗੁਰੂ ਮਹਾਰਾਜ ਜੀ ਨੇ ਕੁੜਮਾਈ ਦੇ ਸਮੇਂ ਪੜ੍ਹਨ ਦਾ ਹੁਕਮ ਕੀਤਾ ਹੈ, ਸਾਨੂੰ ਇਹ ਸਿੱਖਿਆ ਦਿੱਤੀ ਹੈ। ਉਹ ਸ਼ਬਦ ਦੇ ਵਿੱਚ ਸਾਨੂੰ ਨਾ ਸਮਝ ਨਹੀਂ ਆਈ, ਤੇ ਸਮਝ ਨਾ ਆਉਣ ਦਾ ਕਾਰਨ ਉਹ ਵੀ ਬੱਚਿਆਂ ਨੇ ਦੱਸਿਆ ਵੀ ਕਦੇ ਉਹਦੇ ਵਿੱਚ ਗੱਲ ਕੀਤੀ ਜਾਂਦੀ ਸੀ ਆਮ ਸੰਸਾਰੀ ਜੀਵਨ ਦੀ, ਤੇ ਕਦੀ ਉਸੇ ਸ਼ਬਦ ਦੇ ਵਿੱਚ ਗੱਲ ਕੀਤੀ ਜਾਂਦੀ ਸੀ ਪਰਮਾਰਥ ਦੀ, ਅਧਿਆਤਮਿਕ ਜੀਵਨ ਦੀ। ਇਸ ਦਾ ਜਵਾਬ ਅੱਜ ਸਾਂਝੇ ਤੌਰ ਤੇ ਸਾਰੇ ਬੱਚਿਆਂ ਨੂੰ ਤੇ ਸੰਗਤਾਂ ਵੀ ਸਰਵਣ ਕਰ ਰਹੀਆਂ ਨੇ ਜੋ ਧੰਨ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਬੈਠੀਆਂ ਨੇ। ਇਸ ਦਾ ਜਵਾਬ ਇਹ ਹੈ, ਦੋ ਪ੍ਰਕਾਰ ਦੇ ਅੰਬ ਹੁੰਦੇ ਨੇ। ਇੱਕ ਅੰਬ ਏ, ਉਹਨੂੰ ਕਾਠਾ ਅੰਬ ਆਖਦੇ ਨੇ। ਦੂਜਾ ਅੰਬ ਏ, ਉਹਨੂੰ ਮਾਲਦਿਓ ਅੰਬ ਆਖਦੇ ਨੇ। ਥੋੜਾ ਗੌਰ ਦੇ ਨਾਲ ਸਰਵਣ ਕਰੋਗੇ ਤੇ ਗੱਲ ਦੀ ਬਿਲਕੁਲ ਸਮਝ ਆ ਜਾਏਗੀ। ਇਹ ਜਿਹੜਾ ਕਾਠਾ ਅੰਬ ਹੁੰਦਾ ਹੈ, ਇਹਦੀ ਗਿੜਕ ਬੜੀ ਵੱਡੀ ਹੁੰਦੀ ਹੈ। ਕਾਠਾ ਅੰਬ ਜਿਹੜਾ, ਇਹਦੀ ਗਿੜਕ ਬੜੀ ਵੱਡੀ ਹੁੰਦੀ ਹੈ ਤੇ ਛਿੱਲੜ ਤੇ ਗਿੜਕ ਦੇ ਸੰਨ ਦੇ ਵਿੱਚ ਜਿਹੜਾ ਉਹਨੂੰ ਰੇਸ਼ਾ ਆਖਿਆ ਜਾਂਦਾ ਹੈ। ਰੇਸ਼ਾ ਬੜਾ ਘੱਟ ਹੁੰਦਾ ਇਹਦੇ 'ਚ, ਤੇ ਸਾਡਾ ਮਤਲਬ ਹੁੰਦਾ ਰੇਸ਼ੇ ਨਾਲ। ਸਾਨੂੰ ਜਿਤਨਾ ਜ਼ਿਆਦਾ ਰੇਸ਼ਾ ਮਿਲੇਗਾ ਅਸੀਂ ਉਤਨੇ ਜ਼ਿਆਦਾ ਸੰਤੁਸ਼ਟ ਹੋਵਾਂਗੇ, ਖੁਸ਼ ਹੋਵਾਂਗੇ। ਤੇ ਜਿਹੜਾ ਮਾਲਦਿਓ ਦਾ ਅੰਬ ਹੁੰਦਾ ਹੈ, ਗਿੜਕ ਬੜੀ ਛੋਟੀ ਹੁੰਦੀ ਹੈ, ਆਕਾਰ ਵੱਡਾ ਹੁੰਦਾ ਹੈ ਤੇ ਰੇਸ਼ਾ ਇਹਦੇ 'ਚ ਜ਼ਿਆਦਾ ਹੁੰਦਾ ਹੈ। ਜਦੋਂ ਗਿੜਕ ਛੋਟੀ ਹੋ ਗਈ ਤੇ ਰੇਸ਼ਾ ਜ਼ਿਆਦਾ ਹੋ ਜਾਣਾ ਹੈ। ਅਸੀਂ ਇਹ ਮਾਲਦਿਓ ਦੇ ਅੰਬ ਨੇ ਜਿਹੜੇ ਸ਼ਾਇਦ ਇੰਡੀਆ ਦੇ ਵਿੱਚ ਤਾਂ ਨਹੀਂ ਹੈਗੇ, ਜੇ ਹੈਗੇ ਤਾਂ ਫਿਰ ਮੈਨੂੰ ਟਪਲਾ ਲੱਗਦਾ, ਭੁਲੇਖਾ ਲੱਗਦਾ ਹੈ। ਇਸ ਅੰਬ ਨੂੰ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਇਹਦੇ 'ਚ ਰੇਸ਼ਾ ਜ਼ਿਆਦਾ ਹੈ ਤੇ ਇਹਦੀ ਜਿਹੜੀ ਪੈਦਾਇਸ਼ ਹੈ ਨਾ, ਉਹਦੇ 'ਤੇ ਬੜਾ ਸਮਾਂ ਲੱਗ ਜਾਂਦਾ ਹੈ। ਫਿਰ ਜਿਹੜਾ ਜੋਗ ਮਾਲੀ ਹੈ ਉਹ ਕੀ ਕਰਦਾ ਹੈ, ਜਿਹੜਾ ਕਾਠਾ ਅੰਬ ਹੈ ਮੁੱਢ ਤਾਂ ਉਸੇ ਦਾ ਰਹਿਣ ਦਿੰਦਾ ਹੈ, ਜਾਂ ਇਸ ਤਰ੍ਹਾਂ ਕਹਿ ਲਓ ਵੀ ਕਾਠੇ ਅੰਬ ਦੀਆਂ ਗਿੜਕਾਂ ਬੀਜ ਦਿੰਦਾ ਹੈ। ਕਾਠਾ ਅੰਬ ਉੱਗ ਪੈਂਦਾ, ਉੱਤੋਂ ਨੂੰ ਵੱਢ ਕੇ ਤੇ ਪੇਂਟ ਕੀਤਾ ਜਾਂਦਾ ਹੈ ਫਿਰ ਮਾਲਦਿਓ ਦੇ ਅੰਬ ਦੇ ਨਾਲ। ਮਾਲਦਿਓ ਦਾ ਜਿਹੜਾ ਅੰਬ ਹੈ ਉਹਦੀ ਅੱਖ ਕੱਢ ਕੇ ਤੇ ਕਾਠੇ ਅੰਬ ਦੇ ਮੁੱਢ ਦੇ ਵਿੱਚ ਇੱਥੇ ਪੁੱਟ ਕੀਤੀ ਜਾਂਦੀ ਹੈ ਤੇ ਉਹ ਮਾਲਦਿਓ ਦਾ ਬੂਟਾ ਬਣ ਜਾਂਦਾ ਹੈ। ਜੇ ਨਹੀਂ ਸਮਝ ਆਈ ਤੇ ਆਪਣੇ ਏਰੀਏ ਦੀ ਗੱਲ ਕਰ ਲੈਂਦੇ ਹਾਂ। ਆਪ ਜੀ ਨੇ ਵੇਖਿਆ ਪੁਰਾਣੇ ਸਮੇਂ ਦੇ ਵਿੱਚ ਤੇ ਹੁਣ ਵੀ ਹੈਗੇ ਨੇ ਆਮ ਬੇਰ, ਜਿਨ੍ਹਾਂ ਨੂੰ ਅਸੀਂ ਦੇਸੀ ਬੇਰ ਆਖਦੇ ਨੇ। ਛੋਟੇ ਛੋਟੇ ਹੁੰਦੇ ਨੇ, ਗੋਲ ਗੋਲ ਜਿਹੇ। ਇਹਨਾਂ ਦੇ ਵਿੱਚ ਵੀ ਰੇਸ਼ਾ ਬੜਾ ਥੋੜ੍ਹਾ ਹੁੰਦਾ ਹੈ ਤੇ ਸਾਨੂੰ ਲੋੜ ਹੈ ਰੇਸ਼ੇ ਦੀ। ਫਿਰ ਕੀ ਕੀਤਾ ਜਾਂਦਾ ਹੈ, ਇਹਨਾਂ ਨੂੰ ਸਾਡੇ ਏਰੀਏ ਤਾਂ ਕਹਿੰਦੇ ਨੇ ਸਿਉ ਬੇਰ, ਜਿਹੜੇ ਪੇਂਟ ਕੀਤੇ ਹੁੰਦੇ ਨੇ। ਸਿਉ ਬੇਰ ਤਾਂ ਆਖਿਆ ਜਾਂਦਾ ਹੈ, ਇਹਨਾਂ ਦਾ ਰਸ ਵੀ ਸੇਬ ਵਰਗਾ ਹੁੰਦਾ ਹੈ ਤੇ ਰੇਸ਼ਾ ਵੀ ਇਹਦੇ ਵਿੱਚ ਸੇਬ ਵਰਗਾ ਹੀ ਹੁੰਦਾ ਹੈ। ਫਿਰ ਕੀ ਕੀਤਾ ਜਾਂਦਾ, ਉਹ ਗੋਲ ਬੇਰਾਂ ਵਾਲੀਆਂ ਜਿਹੜੀਆਂ ਬੇਰੀਆਂ ਨੇ ਉਹ ਬੀਜੀਆਂ ਜਾਂਦੀਆਂ ਨੇ। ਜਦੋਂ ਥੋੜ੍ਹੀਆਂ ਜਿਹੀਆਂ ਵੱਡੀਆਂ ਹੋ ਜਾਂਦੀਆਂ ਨੇ, ਉੱਤੋਂ ਵੱਢ ਕੇ ਪਰਾਂ ਸੱਟੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਪੇਂਟ ਕੀਤੀ ਜਾਂਦੀ ਹੈ ਦੂਜੇ ਬੇਰਾਂ ਨਾਲ, ਜਿਨ੍ਹਾਂ ਨੂੰ ਅਸੀਂ ਸਿਉ ਬੇਰ ਆਖਦੇ ਹਾਂ। ਤੁਸੀਂ ਪਤਾ ਨਹੀਂ ਕੀ ਆਖਦੇ ਹੋ, ਤਾਂ ਮੈਂ ਗੱਲ ਜਿਹਨੂੰ ਨਾ ਪਿੱਛੇ ਪਾਇਆ ਸੀ, ਮੈਨੂੰ ਇਹ ਨਹੀਂ ਪਤਾ ਵੀ ਇੱਧਰ ਮਾਲਵੇ 'ਚ ਕੀ ਆਖਦੇ ਨੇ। ਫਿਰ ਉਹ ਮੋਟੇ ਮੋਟੇ ਬੇਰ ਲੱਗਦੇ ਨੇ, ਬੜੇ ਸਵਾਦਿਸ਼ਟ ਹੁੰਦੇ ਨੇ।
ਉਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦੀ ਪਾਵਨ ਬਾਣੀ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਚਾਰ ਹੈ ਨਾ, ਇਹ ਸਿੱਖੀ ਦਾ ਪ੍ਰਚਾਰ ਇਸ ਤਰ੍ਹਾਂ ਕੀਤਾ ਗਿਆ ਗੁਰਬਾਣੀ ਦੇ ਵਿੱਚ। ਇਸ ਤਰ੍ਹਾਂ ਸੱਚੇ ਸਤਿਗੁਰ ਨੇ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਹੁਣ ਜੇ ਸਿੱਖ ਪੈਦਾ ਕਰਨਾ ਹੋਵੇ ਨਾ ਤੇ ਹੋ ਨਹੀਂ ਸਕਦਾ। ਸੰਤ ਬਾਬਾ ਮਹਾਂਪੁਰਸ਼ ਸੁੰਦਰ ਸਿੰਘ ਜੀ ਕਲਾਂ ਵਾਲੇ, ਇਹਨਾਂ ਦੇ ਮਾਤਾ ਪਿਤਾ ਨੇ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਪਤਾ ਨਹੀਂ ਕਿਤਨੀਆਂ ਕੁ ਅਰਦਾਸਾਂ ਬੇਨਤੀਆਂ ਕੀਤੀਆਂ ਸਨ ਤੇ ਬੜੇ ਪਾਠ ਕਰਦੇ ਹੁੰਦੇ ਸਨ। ਚਾਹਣਾ ਇਹ ਸੀ ਵੀ ਸਾਡੇ ਘਰੇ ਸੰਤ ਜਨਮ ਲਵੇ, ਸਿੱਖ ਜਨਮ ਲਵੇ। ਹੁਣ ਵੇਖੋ, ਸਾਰੇ ਪੰਜਾਬ ਦੇ ਵਿੱਚੋਂ ਇੱਕ ਪਰਿਵਾਰ ਹੈ ਜਿੰਦੇ ਘਰੇ ਸਿੱਖ ਦਾ ਜਨਮ ਹੋਇਆ ਹੈ, ਤੇ ਫਿਰ ਇਸ ਤਰ੍ਹਾਂ ਦਾ ਸਿੱਖੀ ਦਾ ਬੂਟਾ ਜਿਹੜਾ ਹੈ ਇੱਕ ਹੀ ਰਹੇਗਾ, ਬਾਗ ਨਹੀਂ ਲੱਗੇਗਾ। ਸੋ ਗੁਰੂ ਨਾਨਕ ਦੇਵ ਜੀ ਨੇ ਬਾਗ ਲਾਉਣ ਵਾਸਤੇ ਸਾਨੂੰ ਸੰਸਾਰੀਆਂ ਨੂੰ ਮੁੱਢ ਬਣਾਇਆ ਹੈ ਤੇ ਪੇਂਦ ਕੀਤਾ ਉਤੋਂ ਸਿੱਖੀ ਦੀ ਅੱਖ ਦੇ ਨਾਲ। ਧੰਨ ਗੁਰਬਾਣੀ ਦੇ ਅੰਦਰ ਤਕਰੀਬਨ ਹੀ ਆਪ ਸੰਗਤਾਂ ਸਰਵਣ ਕਰਦੀਆਂ ਹੋਣਗੇ। ਜਦੋਂ ਇਸ ਤਰ੍ਹਾਂ ਦੇ ਸਵਾਲ ਆਉਂਦੇ ਨੇ ਨਾ ਕਿਸੇ ਵਿਦਵਾਨ ਕੋਲੇ, ਉਹਦੇ ਵਿੱਚੋਂ ਫਿਰ ਆਮ ਲੋਕਾਂ ਨੂੰ ਬੜਾ ਗਿਆਨ ਮਿਲਦਾ ਹੈ, ਬੜੀ ਸੋਝੀ ਮਿਲਦੀ ਹੈ। ਆਪ ਸਰਵਣ ਕਰਦੇ ਹਰ ਰੋਜ਼ ਗੁਰਬਾਣੀ ਦੇ ਅੰਦਰ ਸਾਡਾ ਜਿਹੜਾ ਸੰਸਾਰਿਕ ਪਰਿਵਾਰਿਕ ਜੀਵਨ ਹੈ ਨਾ, ਇਸ ਦੇ ਨਾਲ ਜੋੜ ਕੇ ਹਰ ਗੱਲ ਕੀਤੀ ਗਈ ਹੈ। ਕਿਉਂ ਕੀਤੀ ਗਈ ਹੈ? ਮੋਢੇ ਜਿਹੜਾ ਉਹ ਸੰਸਾਰੀ ਹੈ ਤੇ ਉੱਪਰ ਪੇਂਦ ਕਾਹਦੇ ਨਾਲ ਕੀਤਾ? ਨਾਮ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ, ਸਿੱਖੀ ਦੇ ਨਾਲ। ਸੋ ਤਾਂ ਕਰਕੇ ਪਾਵਨ ਸ਼ਬਦ ਦੀਆਂ ਜਿਹੜੀਆਂ ਕੱਲ ਵਿਚਾਰਾਂ ਕੀਤੀਆਂ ਸਨ, ਮੁੱਢ ਸੀ ਜਿਹੜਾ ਉਹ ਸੰਸਾਰੀ ਸੀ, ਉਹ ਵੀ ਦੱਸਣਾ ਜ਼ਰੂਰੀ ਹੈ। ਕਿਉਂਕਿ ਅਸੀਂ ਸੰਸਾਰੀ, ਸਾਨੂੰ ਮਰਿਆਦਾ ਦਾ ਕਿਵੇਂ ਪਤਾ ਲੱਗੇਗਾ? ਸਾਨੂੰ ਮਰਿਆਦਾ ਦਾ ਪਤਾ ਨਹੀਂ ਲੱਗੇਗਾ। ਤੇ ਜੋ ਧੰਨ ਗੁਰੂ ਮਹਾਰਾਜ ਜੀ ਦਾ ਸਿੱਖੀ ਦਾ ਪ੍ਰਚਾਰ ਹੈ ਗੁਰਬਾਣੀ ਦੇ ਨਾਲ, ਉਹ ਵੀ ਜ਼ਰੂਰੀ ਹੈ। ਸਿੱਖ ਬਣਨਾ ਹੈ ਅਸੀਂ, ਪਰਮਾਰਥ ਦਾ ਜੀਵਨ ਜਿਉਣਾ ਹੈ, ਅਧਿਆਤਮਕ ਦੀ ਪ੍ਰਾਪਤੀ ਕਰਨੀ ਹੈ, ਮੁਕਤੀ ਦੀ ਦਾਤ ਗੁਰੂ ਤੋਂ ਲੈਣੀ ਹੈ। ਸੋ ਅੱਜ ਦਾ ਪਾਵਨ ਪਵਿੱਤਰ ਸ਼ਬਦ ਵੀ ਇਸੇ ਤਰ੍ਹਾਂ ਹੀ ਹੈ। ਆਪਾਂ ਸੰਸਾਰੀ ਗੱਲ ਵੀ ਕਰਨੀ, ਮੁੱਢ ਬਣਾਂਗੇ ਸੰਸਾਰੀ, ਤੇ ਗੱਲ ਜਿਹੜੀ ਹੈ ਫਲ ਉੱਤੇ ਅਧਿਆਤਮਕ ਦਾ ਪਰਮਾਰਥ ਦਾ ਲੱਗੇਗਾ। ਮੁੱਢ ਸੰਸਾਰੀ ਹੋਏਗਾ, ਮੁੱਢ ਜਿਹੜਾ ਗੋਲ ਬੇਰਾਂ ਵਾਲੀ ਬੇਰੀ ਦਾ ਹੋਏਗਾ, ਤੇ ਉੱਪਰ ਜਿਹੜੀ ਪੇਂਦ ਕੀਤੀ ਜਾਣੀ ਹੈ ਨਾ, ਉਹ ਦੂਜੇ ਬੇਰਾਂ ਦੀ ਹੋਊਗੀ, ਜਿਨ੍ਹਾਂ ਨੂੰ ਅਸੀਂ ਸਿਓ ਬੇਰ ਆਖਦੇ ਹਾਂ। ਮੋਢੇ ਜਿਹੜਾ ਉਹ ਸੰਸਾਰੀ ਹੋਵੇਗਾ ਤੇ ਫਲ ਉੱਤੇ ਜਿਹੜਾ ਹੈ ਉਹ ਪਰਮਾਰਥ ਦਾ ਲੱਗੇਗਾ। ਹਰ ਪਹਿਲੜੀ ਲਾਭ, ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ, ਹਰ ਪਹਿਲੜੀ ਲਾਭ। ਲਾਭ ਦਾ ਅਰਥ ਹੁੰਦਾ ਸਿੱਖਿਆ, ਲਾਭ ਦਾ ਅਰਥ ਹੈ ਪਰਕਰਮਾ। ਸਿੱਖਿਆ ਅਸੀਂ ਜੋ ਗੁਰੂ ਤੋਂ ਲੈਂਦੇ ਹਾਂ, ਜੋ ਅਸੀਂ ਸਿੱਖਦੇ ਹਾਂ, ਤੇ ਪਰਕਰਮਾ ਜਿਸ ਨੂੰ ਅਸੀਂ ਆਪਾ ਅਰਪਣ ਕਰ ਦਿੰਦੇ ਹਾਂ। ਪਰਕਰਮਾ ਦਾ ਅਰਥ ਹੈ ਵੀ ਅਸੀਂ ਆਪਾਂ ਜਿਹੜਾ ਨਾ ਉਹ ਆਪ ਜੀ ਨੂੰ ਅਰਪਣ ਕਰ ਦਿੱਤਾ ਹੈ, ਆਪ ਜੀ ਦੀ ਸ਼ਰਨ ਦੇ ਵਿੱਚ ਆ ਗਏ ਹਾਂ। ਇਸ ਤਰ੍ਹਾਂ ਦੇ ਅਰਥ ਹੋਰ ਵੀ ਬਹੁਤ ਜ਼ਿਆਦਾ ਨੇ। ਜੇ ਮੈਂ ਲੋੜ ਤੋਂ ਜ਼ਿਆਦਾ ਅਰਥ ਕਰਾਂਗਾ ਨਾ, ਫਿਰ ਕੱਲ੍ਹ ਵਾਲੀ ਗੱਲ ਹੋ ਜਾਣੀ ਹੈ। ਗੱਲ ਪਕੜ ਵਧੀਆ ਤਾਂ ਲੱਗੀ ਹੈ, ਚੰਗੀ ਤਾਂ ਲੱਗੀ ਹੈ ਗੱਲ, ਪਰ ਪਕੜ ਦੇ ਵਿੱਚ ਨਹੀਂ ਆਈ, ਫਿਰ ਇਹ ਸ਼ਿਕਾਇਤਾਂ ਹੋ ਜਾਂਦੀਆਂ ਨੇ। ਸੋ ਲਾਭ ਦਾ ਅਰਥ ਆਪਾਂ ਕਰਨਾ ਹੈ ਸਿੱਖਿਆ। ਹਰ ਪਹਿਲੜੀ ਲਾਭ, ਪਹਿਲੀ ਸਿੱਖਿਆ ਹੈ। ਕਿਸ ਨੂੰ? ਪਰਵਿਰਤੀ ਕਰਮ ਦ੍ਰਿੜਾਇਆ। ਪਰਵਿਰਤੀ ਦਾ ਅਰਥ ਹੁੰਦਾ ਹੈ, ਦੋ ਹੁੰਦੇ ਨੇ, ਮੈਂ ਦੋਵੇਂ ਦੱਸ ਦਿਆਂ। ਇੱਕ ਪਰਵਿਰਤੀ ਹੈ ਤੇ ਦੂਜਾ ਨਿਰਵਿਰਤੀ ਹੈ। ਦੋ ਨੇ, ਇੱਕ ਪਰਵਿਰਤੀ ਹੈ ਤੇ ਦੂਜਾ ਨਿਰਵਿਰਤੀ ਹੈ। ਨਿਰਵਿਰਤੀ ਦਾ ਅਰਥ ਹੈ ਸਾਰਾ ਕੁਝ ਹੀ ਤਿਆਗ ਦੇਣਾ, ਸਾਰਾ ਕੁਝ ਹੀ ਛੱਡ ਦੇਣਾ, ਉਹਨੂੰ ਨਿਰਵਿਰਤ ਆਖਿਆ ਗਿਆ ਹੈ। ਤੇ ਪਰਵਿਰਤੀ ਦਾ ਅਰਥ ਹੈ ਸੰਸਾਰ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਲਾ ਕਰਮ ਕਰਨਾ। ਪਰਵਿਰਤੀ ਕਰਮ ਉਹ ਕਰਮ ਦੇ ਨਾਲ ਜੁੜ ਜਾਣਾ ਜਿਸ ਦੇ ਨਾਲ ਸੰਸਾਰ ਦੀ ਮਾਨ ਮਰਿਆਦਾ ਜਿਹੜੀ ਹੈ ਉਹ ਬਣੀ ਰਵੇ। ਹਰ ਇੱਕ ਵਨਸਪਤੀ ਹੈ, ਭਾਵੇਂ ਕੋਈ ਜੀਵ ਹੈ, ਆਪਣਾ ਸਰੀਰ ਆਪਣਾ ਨਾਸ਼ ਹੋਣ ਤੋਂ ਪਹਿਲਾਂ ਉਹ ਆਪਣੇ ਵਰਗਾ ਕੁਝ ਨਾ ਕੁਝ ਦੁਨੀਆ 'ਤੇ ਛੱਡ ਕੇ ਜਾਂਦਾ ਹੈ। ਪੌਦੇ ਨੇ ਵੀ ਛੱਡ ਜਾਂਦੇ ਨੇ, ਵੀ ਛੱਡਦੇ ਨੇ ਵੀ ਸਾਡੀ ਜਿਹੜੀ ਨਸਲ ਹੈ ਅੱਗੇ ਤੋਂ ਅੱਗੇ ਇਸੇ ਤਰ੍ਹਾਂ ਚੱਲਦੀ ਰਹੇ। ਪ੍ਰਾਣੀ ਆਪਣੇ ਬੱਚਿਆਂ ਨੂੰ ਜਨਮ ਦੇ ਦਿੰਦਾ, ਇਸ ਦਾ ਨਾਂ ਹੀ ਪਰਵਿਰਤੀ ਹੈ। ਗੁਰੂ ਜੀ ਨੇ ਰਹਿਮਤ ਕੀਤੀ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ। ਬੱਚੀ ਤੇ ਬੱਚੇ ਨੂੰ ਸਿੱਖਿਆ ਹੈ ਗੁਰੂ ਮਹਾਰਾਜ ਜੀ ਦੇ ਵੱਲੋਂ। ਤੇ ਪਹਿਲੀ ਸਿੱਖਿਆ ਜਿਹੜੀ ਉਹ ਇਹੀ ਹੈ ਵੀ ਤੁਸੀਂ ਅੱਜ ਤੋਂ ਬਾਅਦ ਨਾ
ਪ੍ਰਵਿਰਤੀ ਕਰਮ ਦੇ ਵਿੱਚ ਪੱਕਿਆ ਹੋ ਜਾਣਾ ਹੈ। ਏਕ ਜੋਤ ਦੋਇ ਮੂਰਤੀ, ਜੋਤ ਤੁਹਾਡੀ ਦੋਵਾਂ ਦੀ ਅੱਜ ਇੱਕ ਹੋ ਗਈ ਏ। ਤੁਸੀਂ ਜੋਤ ਇੱਕ ਕਰ ਲੈਣੀ ਹੈ ਤੇ ਮੂਰਤਾਂ ਸਰੀਰ ਨੇ ਨਾ ਜਿਹੜੇ, ਇਹ ਭਾਵੇਂ ਦੋ ਰਹਿਣ, ਇਹ ਦੋ ਨੇ, ਇਹ ਅੱਡ ਅੱਡ ਵੱਖੋ ਵੱਖਰੇ ਰਹਿਣਗੇ। ਅੰਦਰ ਦੀ ਜੋਤ ਤੁਹਾਡੀ ਇੱਕ ਹੋ ਗਈ ਹੈ, ਅੰਦਰੋਂ ਇੱਕ ਹੋ ਗਏ ਹੋ ਤੁਸੀਂ। ਹਰ ਪਹਿਲੜੀ ਲਾਭ ਪਹਿਲੀ ਸਿੱਖਿਆ ਧੰਨ ਗੁਰੂ ਰਾਮਦਾਸ ਜੀ ਦੀ। ਪ੍ਰਵਿਰਤੀ ਕਰਮ ਦ੍ਰਿੜਾਇਆ, ਧੰਨ ਗੁਰੂ ਰਾਮਦਾਸ ਜੀ ਰਹਿਮਤ ਕਰਦੇ ਨੇ ਸਾਨੂੰ। ਸੰਸਾਰ ਦੀ ਮਾਨ ਮਰਿਆਦਾ ਜਿਹੜੀ ਹੈ ਇਸ ਕਰਮ ਦੇ ਵਿੱਚ ਗੁਰੂ ਮਹਾਰਾਜ ਜੀ ਪੱਕਿਆਂ ਕਰ ਰਹੇ ਨੇ। ਬਲ ਰਾਮ ਜੀਓ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਰਮਿਆ ਹੋਇਆ ਸਾਰਿਆਂ ਦੇ ਵਿੱਚ ਤੇ ਅਸੀਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਧੰਨ ਗੁਰਬਾਣੀ ਦੇ ਅੰਦਰ ਗੁਰੂ ਅਮਰਦਾਸ ਜੀ ਦਾ ਪਾਵਨ ਫਰਮਾਨ ਹੁੰਦਾ, ਹੋ ਕੁਰਬਾਨ ਕੀਤਾ ਤਿਸਹਿ ਵਿਟੋ। ਮੈਂ ਉਸ ਪਰਮਾਤਮਾ ਤੋਂ ਕੁਰਬਾਨ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਕਿਸ ਤੋਂ? ਜਿਨ ਮੋਹ ਮੀਠਾ ਲਾਇਆ, ਜਿਨਨੇ ਮੋਹ ਮਿੱਠਾ ਕਰਕੇ ਲਾਇਆ ਹੈ। ਕਿਉਂ ਲਾਇਆ ਹੈ? ਜੇ ਨਾ ਲਾਇਆ ਹੁੰਦਾ ਤੇ ਫਿਰ ਪ੍ਰਵਿਰਤੀ ਕਰਮ ਨਹੀਂ ਸੀ ਹੋਣਾ। ਸਾਨੂੰ ਤਾਂ ਫਿਰ ਵੀ ਅਨੇਕ ਪ੍ਰਕਾਰ ਦਾ ਲਾਲਚ ਹੈ ਨਾ, ਸਾਡੇ ਪੁੱਤਰ ਧੀਆਂ ਵੱਡੇ ਹੋਣਗੇ, ਨੌਕਰੀਆਂ ਕਰਨਗੇ ਜਾਂ ਕਾਰੋਬਾਰ ਕਰਨਗੇ, ਇਹ ਸਾਰਾ ਕੁਝ ਕਰਦੇ ਹੋਏ ਧਨ ਕਮਾਉਣਗੇ ਤੇ ਪੰਛੀਆਂ ਨੂੰ ਕਾਹਦਾ ਲਾਲਚ? ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੋਈ ਲਾਲਚ ਵੀ ਨਹੀਂ ਹੈਗਾ। ਫਿਰ ਇਹ ਉਸ ਪ੍ਰਭੂ ਪਰਮਾਤਮਾ ਦੁਆਰਾ ਪੈਦਾ ਕੀਤੇ ਗਏ ਮੋਹ ਦੇ ਨਾਲ ਹੀ ਆਪਣੀ ਪਦੈਸ਼ ਅੱਗੇ ਕਰਦੇ ਨੇ, ਤਾਂ ਕਿ ਸੰਸਾਰ ਦੀ ਰਚਨਾ ਇਸੇ ਤਰ੍ਹਾਂ ਚੱਲਦੀ ਰਹੇ ਤੇ ਕਿਸੇ ਵੀ ਜੂਨ ਦਾ ਅੰਤ ਨਾ ਹੋਵੇ। ਇਸ ਕਰਕੇ ਗੁਰੂ ਅਮਰਦਾਸ ਜੀ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਵੀ ਤੂੰ ਸ੍ਰਿਸ਼ਟੀ ਦੀ ਰਚਨਾ ਕੀਤੀ ਏ ਤੇ ਇਹ ਸ੍ਰਿਸ਼ਟੀ ਦੀ ਰਚਨਾ ਅੱਗੇ ਤੋਂ ਅੱਗੇ ਚੱਲਦੀ ਰਹੇ। ਇਸ ਦੇ ਲਈ ਤੂੰ ਕੀ ਕੀਤਾ ਹੈ? ਸਾਡੇ ਵਿੱਚ ਮੋਹ ਜਿਹੜਾ ਉਹ ਮਿੱਠਾ ਕਰਕੇ ਪਾ ਦਿੱਤਾ ਹੈ। ਅਸੀਂ ਆਪਣੇ ਪਰਿਵਾਰ ਨੂੰ ਮੋਹ ਦੇ ਵਸ ਹੋ ਕੇ, ਇੱਥੋਂ ਤੱਕ ਕਿ ਜਿਤਨੇ ਪ੍ਰਕਾਰ ਦੇ ਵੀ ਜੀਵ ਨੇ ਉਹ ਮੋਹ ਦੇ ਵਸ ਹੋ ਕੇ ਆਪਣੇ ਪਰਿਵਾਰ ਦੀ ਪਾਲਣਾ ਕਰਦੇ ਰਹਿਣ, ਪਦੈਸ਼ ਕਰਦੇ ਰਹਿਣ। ਚਿੜੀ ਵਿਚਾਰੀ ਪਹਿਲੋਂ ਚੁੰਝ ਦੇ ਨਾਲ ਨਿੱਕੇ ਨਿੱਕੇ ਡੱਕੇ ਲੈ ਕੇ ਆਉਂਦੀ ਏ, ਆਲਣਾ ਬਣਾਉਂਦੀ ਏ, ਉਹਦੇ ਵਿੱਚ ਆਂਡੇ ਦਿੰਦੀ ਏ, ਫਿਰ ਉਹਨਾਂ ਆਂਡਿਆਂ ਦੇ ਉੱਤੇ ਤਪ ਕਰਦੀ ਏ, ਫਿਰ ਉਹਨਾਂ ਆਂਡਿਆਂ 'ਚੋਂ ਬੱਚੇ ਨਿਕਲਦੇ ਨੇ। ਆਪਣੀ ਚੁੰਝ ਦੇ ਨਾਲ ਉਹਨਾਂ ਬੱਚਿਆਂ ਦੀਆਂ ਬਿੱਠਾਂ ਜਿਹੜੀਆਂ ਨੇ ਉਹ ਬਾਹਰ ਕੱਢ ਕੇ ਸੱਟਦੀ ਏ ਤੇ ਉਸ ਚੁੰਝ ਦੇ ਨਾਲ ਦਾਣੇ ਚੁੱਕ ਕੇ ਆਪ ਭੁੱਖੀ ਰਹਿ ਜਾਵੇ, ਉਹਨਾਂ ਬੱਚਿਆਂ ਨੂੰ ਭੁੱਖੀ ਨਹੀਂ ਰਹਿਣ ਦਿੰਦੀ। ਕਿਉਂ? ਉਸ ਪ੍ਰਭੂ ਪਰਮਾਤਮਾ ਦੀ ਜਿਹੜੀ ਇਹ ਰਚਨਾ ਬਣਾਈ ਹੈ ਨਾ, ਇਹਦੇ ਵਿੱਚ ਮੈਂ ਵੀ ਯੋਗਦਾਨ ਪਾ ਦਿਆਂ। ਇਹਦੇ ਵਿੱਚ ਮੈਂ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਜਿਹੜੀ ਅੱਗੇ ਤੋਂ ਅੱਗੇ ਵਧਣ ਵਾਲੀ ਪ੍ਰਵਿਰਤੀ ਕਿਰਿਆ ਹੈ, ਇਹਨੂੰ ਕਾਇਮ ਰੱਖਾਂ। ਸੋ ਗੁਰੂ ਜੀ ਨੇ ਰਹਿਮਤ ਕੀਤੀ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ। ਬਲਰਾਮ ਜੀਓ, ਬੱਚੀ ਤੇ ਬੱਚੇ ਨੂੰ ਪਹਿਲੀ ਸਿੱਖਿਆ ਧੰਨ ਗੁਰੂ ਰਾਮਦਾਸ ਜੀ ਦੀ, ਬਈ ਅੱਜ ਤੋਂ ਬਾਅਦ ਤੁਸੀਂ ਇਹ ਜਿਹੜਾ ਪ੍ਰਵਿਰਤੀ ਕਰਮ ਹੈ ਨਾ, ਇਹਦੇ ਵਿੱਚ ਪੱਕਿਆ ਹੋ ਜਾਣਾ ਹੈ। ਇਹ ਤਾਂ ਸੀ ਮੁੱਢ। ਤੇ ਇਹ ਲਾਵਾਂ ਨੇ ਜਿਹੜੀਆਂ, ਇਹ ਚਾਰ ਅਵਸਥਾ ਵੀ ਨੇ। ਲਾਵਾਂ ਨੇ ਜਿਹੜੀਆਂ, ਇਹ ਚਾਰ ਅਵਸਥਾ ਵੀ ਨੇ। ਵੈਸੇ ਸ਼ਾਸਤਰ ਦੇ ਵਿੱਚ ਗਿਆਨ ਦੀਆਂ 7 ਭੂਮਿਕਾ ਮੰਨੀਆਂ ਗਈਆਂ ਨੇ। ਸ਼ਾਸਤਰ ਦੇ ਵਿੱਚ ਵਿਦਾਂਤ ਕੀ ਦੱਸਦਾ ਹੈ? 7 ਭੂਮਿਕਾ ਗਿਆਨ ਦੀਆਂ ਦੱਸਦਾ, ਜਾਂ ਇਸ ਤਰ੍ਹਾਂ ਕਹਿ ਲਓ 7 ਸਿੱਖਿਆਵਾਂ ਜਾਂ 7 ਪੌੜੀਆਂ ਨੇ, 7 ਨਿਸ਼ਾਨੀਆਂ ਨੇ ਗਿਆਨ ਦੀਆਂ। ਤੇ 7ਵੀਂ ਜਗ੍ਹਾ ਤੇ ਜਦੋਂ ਮਨੁੱਖ ਪਹੁੰਚ ਜਾਂਦਾ ਫਿਰ ਉਹਨੂੰ ਅਸੀਂ ਕਹਿ ਦਿੰਦੇ ਹਾਂ ਬ੍ਰਹਮ ਗਿਆਨੀ ਹੋ ਗਏ। ਭਾਵ ਗਿਆਨ ਦਾ ਇਹਨੇ ਅੰਤ ਪਾ ਲਿਆ ਹੈ, ਪੂਰਨ ਰੂਪ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਇੱਥੇ ਜੋ ਸਾਡੀਆਂ 4 ਅਵਸਥਾਵਾਂ ਨੇ, ਸੱਚੇ ਸਤਿਗੁਰ ਉਹਨਾਂ ਦੀ ਕਿਰਪਾ ਕਰਦੇ ਨੇ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਹਰ ਪਹਿਲੜੀ ਲਾਭ ਪਹਿਲੀ ਸਿੱਖਿਆ ਗੁਰਸਿੱਖ ਵਾਸਤੇ ਮੁੱਢ ਬਣਤਾ ਹੈ। ਤੇ ਹੁਣ ਉੱਤੇ ਜਿਹੜੇ ਨਾ ਉਹ ਪੇਂਦ ਕਰਨ ਲੱਗੇ ਨੇ ਗੁਰੂ ਜੀ। ਕੱਲ੍ਹ ਵਾਲੀ ਸ਼ਿਕਾਇਤ ਅੱਜ ਨਾ ਮੈਨੂੰ ਮਿਲੇ, ਮੈਂ ਇਸ ਵਾਸਤੇ ਯਤਨ ਕਰਾਂ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪਣਾ ਅਸੀਸ ਬਖਸ਼ਿਸ਼ ਕਰਨ। ਹਰ ਪਹਿਲੜੀ ਲਾਭ ਗੁਰਸਿੱਖ ਵਾਸਤੇ ਪਹਿਲੀ ਸਿੱਖਿਆ ਹੈ ਪ੍ਰਵਿਰਤੀ ਕਰਮ ਦ੍ਰਿੜਾਇਆ। ਬਲਰਾਮ ਜੀਓ, ਉਹਨੇ ਪ੍ਰਵਿਰਤੀ ਕਰਮ ਦੇ ਵਿੱਚ ਪੱਕਿਆ ਹੋਣਾ ਹੈ। ਤੇ ਪ੍ਰਵਿਰਤੀ ਕਰਮ ਕਿਹੜਾ? ਧੰਨ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੂਟਾ ਲਾਇਆ ਹੈ, ਮਹਿਲ ਉਸਾਰਿਆ ਤੇ ਇਹਦੇ 3 ਪਿੱਲਰ ਨੇ। ਪਹਿਲਾ ਪਿੱਲਰ ਕਿਰਤ ਕਰ। ਕਿਤੇ ਵੀ ਤੁਸੀਂ ਲਿਖਿਆ ਵੇਖੋਗੇ ਨਾ, ਪਹਿਲੋਂ ਇਹ ਲਿਖਿਆ ਹੋਏਗਾ ਕਿਰਤ ਕਰ, ਕੰਮ ਕਰ, ਤਾਂ ਕਿ ਤੈਨੂੰ ਕਿਸੇ ਤੋਂ ਮੰਗਣਾ ਨਾ ਪਵੇ। ਜਿਹੜਾ ਵਿਹਲੜ ਹੁੰਦਾ ਹੈ ਨਾ, ਉਹ ਸਮਾਜ 'ਤੇ ਭਾਰ ਹੁੰਦਾ ਹੈ।
ਜਿਹੜਾ ਵਿਹਲੜੇ ਉਹ ਸਮਾਜ ਤੇ ਬੋਝ ਬਣਦਾ ਹੈ। ਪਰਿਵਾਰ ਦੇ ਵਿੱਚ ਇੱਕ ਜਣਾ ਕਮਾਉਣ ਵਾਲਾ ਹੋਵੇ ਤੇ 6-7 ਜਾਣੇ ਵਿਹਲੜ ਹੋਣ ਤੇ ਫਿਰ ਉਹ ਇਕੱਲਾ ਵਿਚਾਰਾ ਜਿਹੜਾ ਨਾ ਉਹ ਕਮਾਉਂਦਾ ਕਮਾਉਂਦਾ ਹੰਬ ਜਾਏਗਾ। ਤੇ ਜੇ ਸਾਰੇ ਕਮਾਉਣ ਦੇ ਸਮਰੱਥ ਨੇ, ਸਾਰੇ ਕਮਾ ਰਹੇ ਨੇ, ਤੇ ਫਿਰ ਉਹ ਇੱਕ ਦੂਜੇ ਤੇ ਬੋਝ ਨਹੀਂ ਬਣਦੇ, ਭਾਰ ਨਹੀਂ ਬਣਦੇ। ਇਸ ਵਾਸਤੇ ਗੁਰੂ ਜੀ ਨੇ ਰਹਿਮਤ ਕੀਤੀ, ਸਾਨੂੰ ਆਖਿਆ ਹੈ ਕਿਰਤ ਕਰ। ਪਹਿਲਾ ਪਿੱਲਰ ਖੜਾ ਕੀਤਾ, ਕਿਰਤ ਕਰਿਆ ਕਰ। ਤੇ ਦੂਜਾ ਪਿੱਲਰ ਹੈ ਜਿਹੜਾ ਕਿਤੇ ਅਸੀਂ ਇਕੱਲੇ ਕੀਰਤੀ ਨਾ ਬਣ ਜਾਈਏ ਵੀ ਕੰਮ ਹੀ ਕਰੀ ਜਾਣਾ, ਨਾਮ ਜਪਿਆ ਕਰ। ਕਿਰਤ ਵੀ ਕਰ ਤੇ ਨਾਮ ਵੀ ਜਪ। ਕਿਰਤ ਵੀ ਕਰਨੀ ਹੈ ਤੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਵੀ ਜਪਣਾ ਹੈ। ਤੇ ਤੀਜਾ ਪਿੱਲਰ ਹੈ ਜਿਹੜਾ ਉਹ ਵੰਡ ਕੇ ਛਕ। ਕੱਲਖੋਰੀ ਜਿਹੜੀ ਉਹ ਖਤਮ ਤਾਂ ਹੀ ਹੋਏਗੀ ਜੇ ਸਾਡੇ ਅੰਦਰ ਦੀ ਭਾਵਨਾ ਇਹ ਬਣੇਗੀ ਕਿ ਅਸੀਂ ਸਾਰੇ ਵੰਡ ਕੇ ਛਕੀਏ। ਰਸੋਈ ਦੇ ਵਿੱਚ ਕੋਈ ਚੀਜ਼ ਤਿਆਰ ਹੈ, ਬੜੀ ਸਵਾਦਿਸ਼ਟ ਹੈ, ਤੇ ਇੱਕ ਆਖੇ ਮੈਂ ਇਕੱਲਾ ਹੀ ਪਾ ਕੇ ਖਾ ਲਵਾਂ ਤੇ ਫਿਰ ਬਾਕੀ ਤਾਂ ਵਿਚਾਰੇ ਮੂੰਹ ਵਾਲੀ ਵੇਖਦੇ ਰਹਿਣਗੇ ਨਾ। ਇਸ ਨੂੰ ਕਹਿੰਦੇ ਨੇ ਕੱਲਖੋਰੀ। ਮੈਂ ਇਕੱਲਾ ਹੀ ਹੋਵਾਂ, ਇਕੱਲਾ ਹੀ ਖਾਵਾਂ, ਜੋ ਕੁਝ ਵੀ ਇਹ ਮੇਰੇ ਇਕੱਲੇ ਦੇ ਲਈ ਹੋਵੇ, ਇਹ ਕੱਲਖੋਰੀ ਹੈ, ਇਹ ਬਿਮਾਰੀ ਹੈ। ਇਹ ਬਿਮਾਰੀ ਗੁਰਸਿੱਖਾਂ ਦੇ ਵਿੱਚ ਨਾ, ਜਿਵੇਂ ਇੱਕ ਕਾਂਗਿਆਰੀ ਹੁੰਦੀ ਏ, ਪਤਾ ਨਹੀਂ ਤੁਹਾਨੂੰ ਮੇਰੀ ਬੋਲੀ ਦੀ ਸਮਝ ਆਵੇ ਕਿ ਨਹੀਂ, ਅਸੀਂ ਉਹਨੂੰ ਕਾਂਗਿਆਰੀ ਕਹਿੰਦੇ ਆ। ਉਹ ਕਾਂਗਿਆਰੀ ਜਿਹੜੀ ਇਹ ਕਮਾਦ ਨੂੰ ਜ਼ਿਆਦਾ ਪੈਂਦੀ ਹੈ, ਜਦੋਂ ਇਹਦੀ ਟੋਰੀ ਦੇ ਵਿੱਚ ਪੈ ਜਾਂਦੀ ਹੈ ਨਾ ਤੇ ਫਿਰ ਇੱਕ ਪਾਸੋਂ ਚੀਰ ਜਿਹਾ ਪੈ ਜਾਂਦਾ ਹੈ, ਕਾਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਕਣਕਾਂ ਨੂੰ ਜਦੋਂ ਪੈਂਦੀ ਹੈ ਇਹਨਾਂ ਦੇ ਸਿੱਟੇ ਕਾਲੇ ਹੋ ਜਾਂਦੇ ਨੇ। ਕਣਕਾਂ ਨੂੰ ਜਦੋਂ ਪੈਂਦੀ ਹੈ ਇਹਦੇ ਸਿੱਟੇ ਕਾਲੇ ਹੋ ਜਾਂਦੇ ਨੇ। ਹੋਰ ਵੀ ਰੁੱਖ ਨੇ, ਫਲ ਨੇ, ਉਹਨਾਂ ਨੂੰ ਪੈਂਦੀ ਏ। ਇਹ ਇੱਕ ਬਿਮਾਰੀ ਏ। ਉਵੇਂ ਜਿਵੇਂ ਕੱਲਖੋਰੀ ਇੱਕ ਬਿਮਾਰੀ ਏ, ਜੇ ਇਹ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਦੇ ਬਾਗ ਦੇ ਵਿੱਚ ਪੈ ਗਈ ਨਾ ਤੇ ਫਿਰ ਅਸੀਂ ਸਾਰੇ ਕਾਣੇ ਹੋ ਜਾਵਾਂਗੇ। ਮੈਂ ਖਾਧਾ ਹੈ, ਜੋਗਿੰਦਰ ਸਿੰਘ ਨੇ ਵੇਖ ਲਿਆ ਤੇ ਮੈਂ ਕਾਣਾ ਹੋ ਗਿਆ, ਕਾਂਗਿਆਰੀ ਪੈ ਗਈ ਹੈ ਮੈਨੂੰ। ਹੁਣ ਇਹ ਖਾਏਗਾ ਤੇ ਮੈਂ ਬੋਲ ਨਹੀਂ ਸਕਾਂਗਾ ਕਿਉਂਕਿ ਮੈਂ ਕਾਣਾ ਹੋ ਗਿਆ ਨਾ, ਕਾਂਗਿਆਰੀ ਮੈਨੂੰ ਪੈ ਗਈ ਹੈ, ਕੱਲਖੋਰੀ ਪੈ ਗਈ ਹੈ। ਮੈਂ ਇਕੱਲੇ ਨੇ ਖਾਣ ਦਾ ਯਤਨ ਕੀਤਾ, ਫਿਰ ਹੀ ਬੇਈਮਾਨੀ ਕਰਾਂਗਾ। ਸੋ ਇਹ ਤਿੰਨ ਪਿੱਲਰ ਨੇ ਜਿਹੜੇ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਸਿੱਖੀ ਦੇ ਮਹਿਲ ਦੇ ਥੱਲੇ ਉਸਾਰਨਾ ਕੀਤੇ ਨੇ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਹੀ ਸਿੱਖਿਆ ਧੰਨ ਗੁਰੂ ਰਾਮਦਾਸ ਜੀ ਸੱਚੇ ਸਤਿਗੁਰ ਆਪਣੇ ਗੁਰਸਿੱਖ ਨੂੰ ਦੇ ਰਹੇ ਨੇ ਵੀ ਪਹਿਲੀ ਅਵਸਥਾ ਹੈ ਨਾ ਜਿਹੜੀ ਗੁਰਮੁਖ ਪਿਆਰਿਆ, ਉਹ ਤੇਰੀ ਇਹ ਹੋਣੀ ਚਾਹੀਦੀ ਏ ਕਿ ਤੂੰ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਨੇ ਜੋ ਸਾਨੂੰ ਪ੍ਰਵਿਰਤੀ ਦਾ ਕਰਮ ਦਿੱਤਾ ਹੈ ਨਾ, ਇਹਦੇ ਵਿੱਚ ਅਸੀਂ ਪੱਕੇ ਹੋਈਏ, ਇਹਦੇ ਵਿੱਚ ਅਸੀਂ ਦ੍ਰਿੜ ਹੋਣਾ ਕਰੀਏ ਜੀ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਬਾਣੀ ਇਹ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹੈ। ਬ੍ਰਹਮਾ ਵੇਦ ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ, ਬ੍ਰਹਮ ਤੇ ਆਵੇਦ। ਬ੍ਰਹਮ ਤੇ ਆਵੇਦ, ਬ੍ਰਹਮ ਉਸ ਪਰਮਾਤਮਾ ਨੂੰ ਆਖਿਆ ਹੈ, ਅਵੇਦ, ਅਵੇਦ ਦਾ ਅਰਥ ਹੈ ਉਸ ਬ੍ਰਹਮ ਦਾ ਗਿਆਨ ਹੋ ਜਾਣਾ। ਬਾਣੀ ਬ੍ਰਹਮ ਅਵੇਦ, ਬ੍ਰਹਮ ਦਾ ਅਰਥ ਹੈ ਪਰਮਾਤਮਾ ਤੇ ਅਵੇਦ ਦਾ ਅਰਥ ਹੈ ਉਸ ਬ੍ਰਹਮ ਦੀ ਪ੍ਰਾਪਤੀ ਹੋ ਜਾਣੀ। ਧਰਮ ਦ੍ਰਿੜੋ, ਬਾਣੀ ਹੈ ਜਿਹੜੀ, ਇਹਦੇ ਨਾਲ ਉਸ ਪ੍ਰਭੂ ਪਰਮਾਤਮਾ ਦੀ ਸਾਨੂੰ ਪ੍ਰਾਪਤੀ ਹੋਣੀ ਹੈ। ਬਾਣੀ ਹੈ ਜਿਹੜੀ, ਇਸ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਅਸੀਂ ਪਹੁੰਚ ਜਾਣਾ ਹੈ। ਤੇ ਪਹੁੰਚਾਂਗੇ ਕਿਵੇਂ? ਬਾਣੀ ਪੜ੍ਹਦਿਆਂ ਪੜ੍ਹਦਿਆਂ ਧਰਮ ਦ੍ਰਿੜੋ, ਧਰਮ ਦੇ ਵਿੱਚ ਪੱਕਿਆ ਰਹਿਣਾ ਹੈ। ਮੈਂ ਇੱਕ ਵਾਰੀ ਫਿਰ ਥੋੜੀ ਜਿਹੀ ਮਿਹਨਤ ਕਰਕੇ, ਧੰਨ ਗੁਰੂ ਜੀ ਨੇ ਗੁਰਸਿੱਖ ਨੂੰ ਪਹਿਲੀ ਅਵਸਥਾ ਦੱਸੀ ਹੈ, ਗੁਰਮੁਖ ਪਿਆਰਿਆ ਤੂੰ ਪ੍ਰਵਿਰਤੀ ਵਾਲਾ ਹੋਣਾ ਚਾਹੀਦਾ ਹੈ, ਨਿਰਵਿਰਤੀ ਵਾਲਾ ਨਹੀਂ ਹੋਣਾ ਚਾਹੀਦਾ, ਤੂੰ ਪ੍ਰਵਿਰਤੀ ਵਾਲਾ ਹੋਣਾ ਚਾਹੀਦਾ ਹੈ। ਜੇ ਆਪਾਂ ਸਾਰੇ ਨਿਰਵਿਰਤੀ ਵਾਲੇ ਹੋ ਜਾਈਏ ਨਾ ਤੇ 50 ਕੁ ਸਾਲ ਲੱਗਣਗੇ, ਸੰਸਾਰ ਦੀ ਧਰਤੀ ਹੈ ਜਿਹੜੀ ਜੀਵਾਂ ਤੋਂ ਇਹ ਸੱਖਣੀ ਹੋ ਜਾਏਗੀ, ਕੋਈ ਵੀ ਬੰਦਾ ਦੁਨੀਆ ਤੇ ਨਹੀਂ ਰਹੇਗਾ। ਜੇ ਸਾਰਾ ਸੰਸਾਰ ਹੀ ਨਿਰਵਿਰਤ ਹੋ ਜੇ ਵੀ ਆਪਾਂ ਤਾਂ ਵਿਆਹ ਹੀ ਨਹੀਂ ਕਰਾਉਣਾ, ਬੱਚੇ ਨਹੀਂ ਜਨਮ ਲੈਂਦੇ ਨੇ, ਤੇ ਮੈਨੂੰ ਲੱਗਦਾ 50 ਕੁ ਸਾਲ ਹੀ ਲੱਗਣਗੇ। 100 ਸਾਲ ਲੱਗ ਜਾਏਗਾ, 150 ਸਾਲ ਲੱਗ ਜਾਏਗਾ, ਧਰਤੀ ਸੱਖਣੀ ਹੋ ਜਾਏਗੀ ਮਨੁੱਖ ਤੋਂ। ਇਸ ਵਾਸਤੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਸਾਨੂੰ ਇਹ ਕਹਿੰਦੇ ਨੇ ਵੀ ਪਹਿਲੀ ਸਿੱਖਿਆ ਤੈਨੂੰ ਇਹ ਗੁਰਮੁਖ ਪਿਆਰਿਆ, ਜਦੋਂ ਤੂੰ ਇਸ ਮਾਰਗ ਤੇ ਤੁਰਿਆ ਨਾ, ਤੇਰੀ ਬਿਰਤੀ ਜਿਹੜੀ ਉਹ ਪ੍ਰਵਿਰਤੀ ਵਾਲੀ ਕਾਇਮ ਹੋਣੀ ਚਾਹੀਦੀ, ਤੂੰ ਇਹਦੇ 'ਚ ਦ੍ਰਿੜ ਹੋਣਾ ਚਾਹੀਦਾ, ਪੱਕਾ ਹੋਣਾ ਚਾਹੀਦਾ ਹੈ। ਹੁਣ ਇਹ ਸਮਝ ਲਓ ਵੀ ਇੱਕ ਗੁਰਸਿੱਖ ਹੈ ਤੇ ਉਹ ਕੁਆਰਾ ਹੈ ਤੇ ਉਹ ਸੋਚਦਾ ਹੋਏਗਾ ਵੀ ਮੇਰਾ ਜੇ ਵਿਆਹ ਹੀ ਨਹੀਂ ਹੋਇਆ ਤੇ ਮੈਂ ਪ੍ਰਵਿਰਤੀ ਵਿੱਚ ਦ੍ਰਿੜ ਕਿਵੇਂ ਹੋਵਾਂ।
ਉਹਨੂੰ ਇਹ ਸਿੱਖਿਆ ਹੈ ਵੀ ਗੁਰਮੁਖ ਪਿਆਰਿਆ, ਜਿਹੜਾ ਤੇਰੇ ਤੇ ਆਉਣ ਵਾਲਾ ਸਮਾਂ ਹੈ ਨਾ ਵਿਆਹ ਵਾਲਾ, ਤੂੰ ਉਹਦੀ ਇੰਤਜ਼ਾਰ ਕਰ ਤੇ ਉਸੇ ਤੇ ਦ੍ਰਿੜ ਰਹੋ ਵੀ ਜਦੋਂ ਗੁਰੂ ਦਾ ਹੁਕਮ ਹੋਇਆ, ਮੇਰਾ ਗੁਰੂ ਨੇ ਇੱਕ ਸੰਜੋਗ ਬਣਾਇਆ, ਮੇਰਾ ਵਿਆਹ ਹੋਏਗਾ ਤੇ ਮੈਂ ਪ੍ਰਵਿਰਤੀ ਵਾਲਾ ਉਦੋਂ ਹੀ ਹੋਣਾ, ਉਦੋਂ ਤੱਕ ਮੈਂ ਆਪਣੇ ਧਰਮ ਦੇ ਵਿੱਚ ਪੱਕਿਆ ਰਹਿਣਾ ਹੈ, ਉਦੋਂ ਤੱਕ ਮੈਂ ਆਪਣੇ ਜੱਤ ਦੇ ਵਿੱਚ ਪੱਕਿਆ ਰਹਿਣਾ ਹੈ। ਇਹ ਸਿੱਖਿਆ ਹੈ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਹੈ, ਇਹਦੇ ਨਾਲ ਅਸੀਂ ਜੁੜਨਾ ਹੈ। ਗੁਰਬਾਣੀ ਸਾਨੂੰ ਉਸ ਬ੍ਰਹਮ ਦੀ ਗਿਆਤਾ ਦਿੰਦੀ ਹੈ, ਗਿਆਨ ਦਿੰਦੀ, ਸੋਝੀ ਦਿੰਦੀ ਹੈ, ਪਰ ਇਹ ਨਾ ਹੋਵੇ ਬਾਣੀ ਪੜ੍ਹਦੇ ਰਹੀਏ ਤੇ ਧਰਮ ਸਾਡਾ ਵਿਚਲਿਤ ਹੋ ਜਾਵੇ, ਧਰਮ ਛੱਡ ਦਈਏ। ਨਹੀਂ, ਧਰਮ ਦ੍ਰਿੜੋ, ਧਰਮ ਦੇ ਵਿੱਚ ਪੱਕਿਆ ਰਹਿਣਾ ਹੈ। ਧਰਮ ਦਾ ਪਰਪੱਕ ਹੋਣਾ ਜ਼ਰੂਰੀ ਹੈ। ਪਾਪ ਤਜਾਇਆ ਬਲਰਾਮ ਜੀ, ਉਹ ਪਾਪ ਛੱਡ ਦੇਣੇ ਨੇ, ਪਾਪ ਨੇ ਜਿਹੜੇ ਉਹ ਛੱਡ ਦੇਣੇ ਨੇ, ਪਾਪਾਂ ਵਾਲਾ ਕਰਮ ਹੈ ਜਿਹੜਾ ਉਹ ਨਹੀਂ ਕਰਨਾ। ਬਾਣੀ ਦੇ ਨਾਲ ਜੁੜਨਾ ਹੈ। ਬ੍ਰਹਮਾ ਵੇਦ, ਜੋ ਬ੍ਰਹਮ ਅਵੇਦ, ਉਸ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਉਹ ਗੁਰਬਾਣੀ ਹੈ। ਧਰਮ ਦ੍ਰਿੜੋ ਤੇ ਧਰਮ ਦੇ ਵਿੱਚ ਪੱਕਿਆ ਰਹਿਣਾ ਹੈ। ਜਿਸ ਧਰਮ ਦੇ ਵਿੱਚ ਅਸੀਂ ਜਨਮ ਲਿਆ ਹੈ, ਜੋ ਮਾਣ ਮਰਿਆਦਾ ਸਾਨੂੰ ਧੰਨ ਗੁਰੂ ਮਹਾਰਾਜ ਜੀ ਨੇ ਦੱਸੀ ਹੈ, ਉਹਦੇ ਵਿੱਚ ਅਸੀਂ ਪੱਕਿਆ ਰਹਿਣਾ ਹੈ। ਪਾਪ ਤਜਾਇਆ ਬਲਰਾਮ ਜੀਓ, ਇਸ ਤਰ੍ਹਾਂ ਹੌਲੀ ਹੌਲੀ ਪਾਪ ਨੇ ਨਾ ਜਿਹੜੇ, ਉਹਨਾਂ ਨੂੰ ਛੱਡ ਦੇਣਾ ਹੈ ਜੀ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਹੁਣ ਵੇਖੋ, ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਨਾ, ਜਿੱਥੇ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਣ ਨੂੰ ਕਿਹਾ, ਉੱਥੇ ਫਿਰ ਧਰਮ ਲਿਖ ਦਿੱਤਾ, ਧਰਮ ਦ੍ਰਿੜ ਹੋ। ਜੇ ਬਾਣੀ ਪੜ੍ਹਨ ਨੂੰ ਆਖਿਆ ਤੇ ਫਿਰ ਵੀ ਗੁਰੂ ਜੀ ਨੇ ਆਖਿਆ ਸੀ ਧਰਮ ਦ੍ਰਿੜੋ, ਤੇ ਜੇ ਨਾਮ ਜਪਣ ਨੂੰ ਆਖਿਆ, ਕੋਈ ਅਨਪੜ੍ਹੇ ਉਹ ਕਹਿੰਦਾ ਵੀ ਮੈਂ ਤਾਂ ਨਾਮ ਜਪਾਂਗਾ, ਤੇ ਗੁਰੂ ਜੀ ਕਹਿੰਦੇ ਨੇ ਜਪ ਲਾ। ਓਮੀ ਸਾਧ ਨਾ ਮਾਰੀਐ। ਓਮੀ ਜਿਹੜਾ ਅਨਪੜ੍ਹ ਹੁੰਦਾ ਸੀ ਨਾ, ਉਹ ਓਮ ਓਮ ਕਰਦਾ ਸੀ, ਉਹਨੂੰ ਵੇਦ ਸ਼ਾਸਤਰਾਂ ਦਾ ਪਾਠ ਨਹੀਂ ਸੀ ਹੁੰਦਾ। ਜਿਵੇਂ ਆਪਣੇ ਕਈ ਗੁਰਮੁਖ ਪਿਆਰੇ ਨੇ, ਅਨਪੜ੍ਹ ਨੇ, ਉਹ ਨਿਤਨੇਮ ਹੀ ਨਹੀਂ ਹੋ ਸਕਦੇ, ਨਿਤਨੇਮ ਨਹੀਂ ਕਰ ਸਕਦੇ, ਕਿਉਂਕਿ ਪੜ੍ਹੇ ਲਿਖੇ ਨਹੀਂ ਹੈਗੇ। ਤੇ ਫਿਰ ਉਹ ਕੀ ਕਰ ਸਕਦੇ ਨੇ? ਵਾਹਿਗੁਰੂ ਵਾਹਿਗੁਰੂ ਤਾਂ ਕਰ ਸਕਦੇ ਨੇ, ਕਰੋ। ਧਰਮ ਦੇੜੋ, ਇਹ ਨਹੀਂ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਗੁਰੂ ਜੀ ਨੇ ਬਾਣੀ ਪੜ੍ਹਨ ਵਾਲੇ ਨੂੰ ਕੱਲਾ ਆਖਿਆ ਏ ਵੀ ਤੂੰ ਧਰਮ ਦੇ ਵਿੱਚ ਦ੍ਰਿੜ ਰਹਿਣਾ, ਤੇ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰਦਾ, ਮੈਨੂੰ ਆਖੇ ਨਹੀਂ, ਮੈਨੂੰ ਕੀ ਲੋੜ ਹੈ? ਕਿਉਂਕਿ ਬਹਾਨੇ ਬਾਜ਼ਾ ਸੀ। ਸਾਡਾ ਮਨ ਬੜਾ ਸ਼ੈਤਾਨ ਹੈ। ਮਨ ਕੋਈ ਨਾ ਕੋਈ ਮੋਰੀ ਜ਼ਰੂਰ ਲੱਭ ਲੈਂਦਾ ਵੀ ਮੈਂ ਇੱਥੋਂ ਵੀ ਬਚ ਜਾ, ਇੱਥੋਂ ਵੀ ਨਿਕਲ ਜਾ, ਪਰ ਗੁਰੂ ਜੀ ਕਹਿੰਦੇ ਨੇ ਨਹੀਂ, ਇਸ ਮਨ ਨੂੰ ਤੈਨੂੰ ਕਿਸੇ ਪਾਸਿਓਂ ਨਹੀਂ ਕੱਢਣ ਦੇਣਾ। ਮਨ ਜਿਹੜਾ, ਇਸ ਮਨ ਨੂੰ ਕੋਈ ਵੀ ਮੋਰੀ ਨਹੀਂ ਦੇਣੀ ਜਿੱਥੋਂ ਇਹ ਨਿਕਲ ਸਕੇ। ਧਰਮ ਦ੍ਰਿੜੋ, ਧਰਮ ਦੇ ਵਿੱਚ ਪੱਕਿਆ ਰਹਿਣਾ ਹੈ। ਹਰ ਨਾਮ ਧਿਆਵੋ, ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਕਰੋ। ਜੇ ਤੂੰ ਨਾਮ ਜਪਦਾ ਹੈ, ਬਾਣੀ ਪੜ੍ਹਦਾ, ਨਾਮ ਫਿਰ ਵੀ ਜਪਣਾ ਹੈ। ਇਹ ਵੀ ਨਾਲ ਗੱਲ ਪੱਕੀ ਹੈ। ਨਿਤਨੇਮੀ ਹੈ, ਸਿਮਰਨ ਜ਼ਰੂਰ ਕਰਨਾ ਹੈ, ਨਾਮ ਜ਼ਰੂਰ ਜਪਣਾ ਹੈ, ਤੇ ਧਰਮ ਹੈ ਜਿਹੜਾ ਉਹਨੂੰ ਪੱਕਿਆ ਰੱਖਣਾ ਹੈ। ਸਿਮਰਤ ਦਾ ਅਰਥ ਹੁੰਦਾ ਜੋ ਸਾਨੂੰ ਯਾਦ ਦੇਣਾ, ਉਹਨੂੰ ਫਿਰ ਚਿਤਾਰਨਾ। ਸਿਮਰਤ ਦਾ ਅਰਥ ਹੈ ਜੋ ਸਾਨੂੰ ਯਾਦ ਹੈ, ਉਹਨੂੰ ਫਿਰ ਚੇਤੇ ਕਰਨਾ। ਉਹ ਪ੍ਰਭੂ ਪਰਮਾਤਮਾ ਦਾ ਨਾਮ ਸਾਨੂੰ ਯਾਦ ਹੈ, ਸਾਰਿਆਂ ਨੂੰ ਪਤਾ ਵਾਹਿਗੁਰੂ ਆਖਣਾ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਮ ਕਿਹੜਾ ਦਿੱਤਾ? ਛੋਟੇ ਜਿਹੇ ਬੱਚੇ ਨੂੰ ਪੁੱਛ ਲਓ ਜਿਹੜਾ ਸਿੱਖ ਪਰਿਵਾਰ ਦੇ ਵਿੱਚ ਜਨਮ ਲੈਣ ਵਾਲਾ ਹੈ, ਉਹ ਆਖੇਗਾ ਵਾਹਿਗੁਰੂ, ਪਰ ਇਸ ਨੂੰ ਚੇਤੇ ਵੀ ਤਾਂ ਕਰਨਾ ਹੈ ਨਾ। ਸਿਮਰਤ ਨਾਮ ਦ੍ਰਿੜਾਇਆ, ਇਹ ਮਨ ਨੂੰ ਕਿਵੇਂ ਪੱਕਿਆ ਕਰਨਾ ਹੈ? ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਵਾਰੀ ਵਾਰੀ ਚੇਤੇ ਕਰਕੇ। ਇਸ ਤੁਕ ਨੂੰ ਇੱਕ ਵਾਰੀ ਮੈਂ ਫਿਰ ਥੋੜ੍ਹਾ ਵਿਚਾਰ ਦਿਆਂ। ਧਰਮ ਦ੍ਰਿੜੋ, ਧਰਮ ਦੇ ਵਿੱਚ ਪੱਕਿਆ ਰਹਿਣਾ ਹੈ। ਹਰ ਨਾਮ ਧਿਆਵੋ, ਹਰੀ ਪਰਮਾਤਮਾ ਦਾ ਨਾਮ ਜਪਣਾ ਹੈ। ਸਿਮਰਤ, ਜਿਹੜਾ ਗੁਰੂ ਨੇ ਤੈਨੂੰ ਨਾਮ ਦਿੱਤਾ ਹੈ, ਜੋ ਤੈਨੂੰ ਚੇਤੇ ਕਰਾਇਆ ਹੈ, ਚੇਤਾ ਈ ਤਾਂ ਚੇਤ, ਜਿਹੜਾ ਗੁਰੂ ਨੇ ਤੈਨੂੰ ਚੇਤੇ ਕਰਾਇਆ ਨਾ, ਜੇ ਤੈਨੂੰ ਚੇਤਾ ਤੇ ਉਸ ਵਾਹਿਗੁਰੂ ਨੂੰ ਫਿਰ ਚੇਤੇ ਕਰ। ਨਾਮ ਦ੍ਰਿੜਾਇਆ, ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਗੁਰੂ ਤੈਨੂੰ ਪੱਕਿਆ ਕਰ ਰਿਹਾ ਹੈ ਜੀ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਹੁਣ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਵੀ ਦੱਸ ਦਿੱਤਾ, ਕਿਤੇ ਅਸੀਂ ਨਾ ਕੱਚੇ ਗੁਰੂ ਦੇ ਮਗਰ ਨਾ ਤੁਰੇ ਫਿਰੀਏ। ਇੱਥੇ ਮੈਂ ਇੱਕ ਨਿੱਕੀ ਜੀ ਸਾਖੀ ਜ਼ਰੂਰ ਸੁਣਾਵਾਂਗਾ, ਜਿਹਦੇ ਨਾਲ ਕੱਚੇ ਤੇ ਪੱਕੇ ਗੁਰੂ ਦਾ ਆਪ ਜੀ ਨੂੰ ਗਿਆਨ ਹੋ ਜਾਵੇ, ਸੋਝੀ ਹੋ ਜਾਵੇ। ਇੱਕ ਗੁਰਮੁਖ ਪਿਆਰਾ ਤੇ ਉਹ ਹੈਗਾ ਨਾਸਤਕ ਹੈ, ਕਿਸੇ ਵੀ ਧਰਮ ਨੂੰ ਨਹੀਂ ਮੰਨਦਾ। ਹੁਣ ਜਵਾਨ ਹੋ ਗਏ, ਚੰਗੀ ਜਾਇਦਾਦ ਜ਼ਮੀਨ ਹੈ, ਤੇ ਇਹੀ ਕਾਰਜ ਜਿਹੜਾ ਵਿਆਹ ਲਾਏ, ਇਹ ਮਾਤਾ ਪਿਤਾ ਨੇ ਉਹਦਾ ਪ੍ਰਾਰੰਭ ਹੈ। ਤੇ ਇਹਨੇ ਸ਼ਰਤ ਇਹ ਰੱਖੀ ਹੈ ਵੀ ਜਿਹੜੀ ਲੜਕੀ ਨਾਲ ਮੇਰਾ ਵਿਆਹ ਹੋਣਾ ਹੈ ਨਾ,
ਉਹਨੂੰ ਇਸ ਗੱਲ ਦੇ ਵਿੱਚ ਪੱਕਿਆ ਕਰ ਦਿਓ ਵੀ ਮੈਂ ਦਾਨ ਨਹੀਂ ਕਿਸੇ ਨੂੰ ਦੇਣਾ। ਇਹਨੂੰ ਨਾ ਗੁਰਦੁਆਰੇ ਜਾਣ ਦੇਣਾ, ਨਾ ਮੰਦਿਰ 'ਚ ਜਾਣ ਦੇਣਾ, ਨਾ ਮਸਜਿਦ 'ਚ ਜਾਣ ਨਹੀਂ ਇਹਨੂੰ ਕਿਤੇ ਦੇਣਾ। ਬਸ ਘਰੇ ਹੀ ਰਹੇ। ਜੇ ਕੋਈ ਘਰੇ ਵੀ ਮੰਗਤਾ ਆ ਜਾਵੇ ਨਾ, ਇਹਨੇ ਉਹਨੂੰ ਵੀ ਕੁਝ ਨਹੀਂ ਦੇਣਾ। ਜੇ ਦੇ ਦਿੱਤਾ ਤਾਂ ਮੈਂ ਇਹਨੂੰ ਛੱਡ ਦੇਣਾ ਹੈ। ਬੱਚੀ ਕਹਿੰਦੀ ਜੀ ਸਤ ਬਚਨ ਠੀਕ ਹੈ, ਮੈਨੂੰ ਪਰਵਾਹ ਨਹੀਂ। ਵਿਆਹ ਹੋ ਗਿਆ। ਜਦੋਂ ਵਿਆਹ ਹੋ ਗਿਆ ਤੇ ਭਾਈ ਸਮੇਂ ਦੇ ਨਾਲ ਫਿਰ ਪ੍ਰਵਿਰਤੀ ਵੀ ਹੋ ਗਈ, ਬੱਚੇ ਵੀ ਹੋ ਗਏ ਨੇ, ਟਾਹਣੀਆਂ ਸਾਖਾ ਜਿਹੜੀਆਂ ਨੇ ਉਹ ਵੀ ਉਗਾਈਆਂ ਨੇ, ਬੂਟਾ ਬਣ ਗਿਆ ਪਰਿਵਾਰ ਦਾ। ਜਦੋਂ ਪਰਿਵਾਰ ਵਾਹਵਾ ਹੋ ਗਿਆ ਤੇ ਇਹ ਕੁਦਰਤੀ ਹੈ ਸਾਡੇ ਪਰਿਵਾਰ ਦੇ ਵਿੱਚ ਨਾ, ਜਦੋਂ 2-4 ਜੀ ਹੋ ਜਾਣ ਤੇ ਉਹ ਮਾਂ ਦੇ ਬਰਾਬਰ ਹੋ ਜਾਣ ਨਾ, ਤੇ ਫਿਰ ਪਿਓ ਜਿਹੜਾ ਜੇ ਤਾਂ ਇਹ ਸਿਆਣਾ ਹੈ ਤੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਢਿੱਲਾ ਕਰਦੇ, ਨਹੀਂ ਤੇ ਫਿਰ ਨੱਠ ਢਿੱਲੇ ਕਰਨਾ ਜਾਣਦੇ ਨੇ। ਕਿਉਂਕਿ ਉਹਨੇ ਪਹਿਲੂ ਬੜੀਆਂ ਦਬਸਾਂ ਸਹਾਰੀਆਂ ਹੁੰਦੀਆਂ ਨੇ ਤੇ ਉਹ ਸਾਰੀਆਂ ਫਿਰ ਆਪਣੇ ਪੁੱਤਰਾਂ ਦੇ ਜਾਂ ਧੀਆਂ ਦੇ ਜ਼ੋਰ ਦੇ ਨਾਲ ਨਾ ਉਹ ਪੂਰੀਆਂ ਕਰ ਲੈਂਦੀ ਹੈ। ਇਹੀ ਹਾਲ ਇਹਦੇ ਨਾਲ ਹੋਇਆ ਹੈ। ਜਦੋਂ ਇਹਦੇ ਨਾਲ ਹੋਇਆ ਤੇ ਉਹ ਕਹਿੰਦੀ ਜੀ ਤੁਹਾਨੂੰ ਮੇਰੀ ਇੱਕ ਗੱਲ ਮੰਨਣੀ ਪੈਣੀ ਹੈ। ਹੁਣ ਮੰਨਣੀ ਪੈਣੀ ਹੈ ਭਾਈ, ਜ਼ੋਰ ਹੋ ਗਿਆ ਹੈ, ਇਹਨਾਂ ਦੇ ਵੋਟ ਨੇ ਜਿਹੜੇ ਵੱਧ ਗਏ ਨੇ, ਮੈਂ ਇਕੱਲਾ ਰਹਿ ਗਿਆ, ਮੰਨਣੀ ਪੈਣੀ। ਕਹਿੰਦਾ ਜੀ ਸਤ ਬਚਨ ਮੰਨਾਂਗੇ। ਕਹਿੰਦੀ ਜੀ ਮੈਂ ਤੁਹਾਨੂੰ ਮਜਬੂਰ ਨਹੀਂ ਕਰਦੀ ਵੀ ਤੁਸੀਂ ਗੁਰਦੁਆਰੇ, ਮੰਦਿਰ ਜਾਂ ਮਸਜਿਦ ਦੇ ਵਿੱਚ ਜਾਂ ਕਿਤੇ ਹੋਰ ਥਾਂ 'ਤੇ ਦਾਨ ਕਰੋ, ਜਿੱਥੇ ਮਰਜ਼ੀ ਕਰੋ, ਪਰ ਦਾਨ ਕਰੋ। ਕਹਿੰਦਾ ਜੀ ਕਰਾਂਗੇ, ਕਰ ਲੈਂਦੇ ਹਾਂ। ਹੁਣ ਇਹ ਸੋਚਦਾ ਹੈ ਵੀ ਜੇ ਮੈਂ ਗੁਰਦੁਆਰੇ ਗਿਆ ਨਾ ਤੇ ਫਿਰ ਜਿਹੜੇ ਮੇਰੇ ਨਾਲ ਰਹਿਣ ਵਾਲੇ ਯਾਰ ਮਿੱਤਰ ਨੇ ਉਹ ਆਖਣਗੇ ਕਿਉਂ ਕਰ ਲਿਆ ਨਾ ਸਿੱਧਾ, ਤੈਨੂੰ ਆਖਦੇ ਆ ਨਾ ਆਪਾਂ, ਕਿਉਂ ਕਰ ਲਿਆ ਨਾ ਤੈਨੂੰ, ਭਗਵਾਨ ਨੇ ਸਿੱਧਾ ਹੋ ਗਿਆ ਨਾ ਸਿੱਧਾ। ਜਿਵੇਂ ਸੱਪ ਦੇ ਸਿਰ 'ਚ ਡਾਂਗ ਵੱਜੀ ਹੁੰਦੀ ਹੈ ਤੇ ਮਰਿਆ ਹੋਇਆ ਸੱਪ ਸਿੱਧਾ ਹੋ ਜਾਂਦਾ ਨਾ, ਸਾਰੇ ਬਲਾਵੇਂ ਨਿਕਲ ਜਾਂਦੇ ਨੇ, ਉਵੇਂ ਹੋ ਗਿਆ। ਇਹਨੇ ਫਿਰ ਸੋਚਿਆ ਹੈ, ਸੋਚਦਿਆਂ ਦੇ ਧਿਆਨ ਦੇ ਵਿੱਚ ਇੱਕ ਬੱਚਾ ਆਇਆ ਜਿਹੜਾ ਬੜੇ ਗਰੀਬ ਘਰ ਦਾ ਹੈ, ਗਰੀਬ ਪਰਿਵਾਰ ਦਾ ਹੈ। ਇਤਨੇ ਗਰੀਬ ਪਰਿਵਾਰ ਦਾ ਹੈ ਕਿ ਸਿਆਲ ਦੇ ਦਿਨਾਂ ਦੇ ਵਿੱਚ ਵੀ ਉਸ ਨੂੰ ਗਰਮੀ ਵਾਲੇ ਕੱਪੜੇ ਪੂਰੇ ਨਹੀਂ ਮਿਲਦੇ। ਇਤਨੀ ਘਰ ਵਿੱਚ ਕਮਜ਼ੋਰੀ ਹੈ, ਇੱਕ ਅੰਨਾ ਤੇ ਇੱਕ ਗਰੀਬੀ, ਤੇ ਫਿਰ ਜਿਹੜੀ ਦੁਰਦਸ਼ਾ ਹੁੰਦਾ ਕੋਈ ਹੱਦ ਨਹੀਂ ਰਹਿੰਦਾ। ਉਹ ਬੱਚਾ ਨੂੰ ਮਿਲਿਆ ਉਹਦੇ ਪਰਿਵਾਰ ਨੂੰ, ਕਹਿੰਦਾ ਜੀ ਮੈਂ ਇਹਦੀ ਸੇਵਾ ਕਰਨੀ ਹੈ। ਮਾਤਾ ਪਿਤਾ ਕਹਿੰਦੇ ਸਾਡੇ ਵੱਲੋਂ ਘਰੇ ਲਿਜਾ ਕੇ ਗੋਦ ਪਾ ਲਾ, ਸਾਨੂੰ ਕੀ ਹੈ, ਜਿਤਨੀ ਮਰਜ਼ੀ ਕਰ। ਹੁਣ ਇਹ ਬੱਚਾ ਜਿਹੜਾ, ਇਹਦੇ ਵਾਸਤੇ ਇਹਨੇ ਸੋਹਣੇ ਵਸਤਰ ਸਵਾਲੇ ਨੇ ਤੇ ਘਰ ਦੇ ਵਿੱਚ 4-5 ਮੱਝਾਂ ਰੱਖੀਆਂ ਸਨ। ਗੁਰੂ ਦੀ ਕਿਰਪਾ ਸੀ, ਘਰ ਦੇ ਦੁੱਧ ਦਾ ਖੋਇਆ ਮਾਰਿਆ, ਬਰਫੀ ਤਿਆਰ ਕਰ ਲਈਏ। ਇਹ ਬੱਚੇ ਨੂੰ ਸੱਦ ਲਿਆ, ਸੱਦ ਕੇ ਪਹਿਲੋਂ ਚੰਗੀ ਤਰ੍ਹਾਂ ਨਵਾ ਧਵਾ ਕੇ ਨਾ 4 ਵਾਰੀ ਸੋਹਣਾ ਸਾਬਣ ਲਾ ਕੇ ਸਨਲਾਈਟ ਦਾ ਇਹਦੀ ਮੈਲ ਕੱਢੀਏ। ਫਿਰ ਸੋਹਣੇ ਵਸਤਰ ਜਿਹੜੇ ਨਵੇਂ ਸਵਾਏ ਸਨ ਉਹ ਇਹਨੂੰ ਧਾਰਨ ਕਰਵਾਏ ਨੇ, ਪਵਾ ਦਿੱਤੇ ਨੇ। ਇੱਕ ਸੋਹਣਾ ਗਲੀਚਾ ਲੈ ਕੇ ਵਿਛਾ ਕੇ ਉਸ ਦੇ ਉੱਤੇ ਇਸ ਬੱਚੇ ਨੂੰ ਬਿਠਾ ਦਿੱਤਾ ਹੈ। ਇਹਦੇ ਅੱਗੇ ਜਿਹੜੀ ਘਰ ਦੇ ਖੋਏ ਦੀ ਤਿਆਰ ਕੀਤੀ ਹੋਈ ਬਰਫੀ ਸੀ, ਜਿਹਦੇ ਵਿੱਚ ਆਟਾ ਵੀ ਭੁੰਨ ਕੇ ਨਹੀਂ ਪਾਇਆ, ਨਰੋਲ ਖੋਏ ਦੀ ਹੈ, ਉਹ ਰੱਖ ਦਿੱਤੀ ਹੈ ਤੇ ਗਰਮ ਦੁੱਧ ਦਾ ਗਲਾਸ ਵੀ ਨਾਲ ਦੇ ਦਿੱਤਾ ਹੈ। ਬੱਚੇ ਨੇ ਜਦੋਂ ਪਹਿਲੀ ਬੁਰਕੀ ਪਾਈ ਇਹਨੇ ਕਹਿੰਦਾ ਜੀ ਇਹ ਕੀ ਹੈ, ਇਤਨੀ ਸਵਾਦਿਸ਼ਟ, ਇਤਨੀ ਸਵਾਦਲੀ, ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰ ਖਾਧੀ ਹੈ, ਪਰ ਮੈਨੂੰ ਦੱਸ ਤੂੰ ਹੈ ਕੀ ਹੈ। ਕਹਿੰਦਾ ਜੀ ਇਹ ਖੋਏ ਦੀ ਬਰਫੀ ਹੈ। ਕਹਿੰਦਾ ਖੋਏ ਦੀ ਬਰਫੀ, ਖੋਇਆ ਕਾਹਦਾ ਬਣਦਾ ਹੈ? ਕਹਿੰਦਾ ਜੀ ਦੁੱਧ ਦਾ ਬਣਦਾ ਹੈ। ਹੁਣ ਸੁਣੀ ਜਾਓ। ਕਹਿੰਦਾ ਜੀ ਦੁੱਧ ਦਾ ਬਣਦਾ ਹੈ। ਉਹ ਕਹਿੰਦਾ ਦੁੱਧ ਕਿਵੇਂ ਦਾ ਹੁੰਦਾ? ਕਹਿੰਦਾ ਚਿੱਟੇ ਰੰਗ ਦਾ ਹੁੰਦਾ। ਕਹਿੰਦਾ ਜੀ ਮੈਂ ਤੇ ਅੰਨਾ, ਮੈਨੂੰ ਤੇ ਕਾਲਾ ਚਿੱਟਾ ਸਾਰਾ ਇੱਕੋ ਜਿਹਾ ਹੀ ਹੈ, ਭਾਵੇਂ ਚਿੱਟਾ ਹੋਵੇ ਭਾਵੇਂ ਲਾਲ ਹੋਵੇ, ਮੇਰੇ ਲਈ ਤਾਂ ਸਾਰੇ ਕਾਲੇ ਨੇ, ਮੈਨੂੰ ਨਹੀਂ ਪਤਾ ਚਿੱਟੇ ਕਾਲੇ ਦਾ। ਇਹਨੇ ਕੀ ਕੀਤਾ ਫਿਰ, ਖਹਿੜਾ ਛਡਾਉਣ ਦੇ ਮਾਰੇ ਨਾ ਇਸ ਤਰ੍ਹਾਂ ਉਂਗਲ ਕਰ ਲਈਏ। ਜਦੋਂ ਇਸ ਤਰ੍ਹਾਂ ਉਂਗਲ ਕਰ ਲਈ ਤੇ ਉਹਨੂੰ ਕਹਿੰਦਾ ਆ ਉਂਗਲ ਫੜ। ਉਹਨੇ ਉਂਗਲ ਫੜ ਲਈ। ਕਹਿੰਦਾ ਜਿਵੇਂ ਬਗਲੇ ਦੀ ਧੌਣ ਚਿੱਟੀ ਹੁੰਦੀ ਹੈ ਨਾ, ਉਸ ਤਰ੍ਹਾਂ ਇਹ ਦੁੱਧ ਚਿੱਟਾ ਹੁੰਦਾ ਹੈ ਤੇ ਬਗਲੇ ਦੀ ਧੌਣ ਹੈ ਜਿਹੜੀ ਉਹ ਇਸ ਤਰ੍ਹਾਂ ਉਂਗਲ ਵਰਗੀ ਹੁੰਦੀ, ਉਂਗਲ ਫੜ ਲਾ। ਹੁਣ ਇਹਨੇ ਉਂਗਲ ਫੜ ਲਈ ਹੈ, ਉਂਗਲ ਫੜ ਕੇ ਨੱਚਣ ਲੱਗ ਗਿਆ। ਨੱਚਦਾ ਕਹਿੰਦਾ ਮੈਨੂੰ ਬਗਲੇ ਦੀ ਧੌਣ ਦਾ ਵੀ ਪਤਾ ਲੱਗ ਗਿਆ, ਚਿੱਟੀ ਦਾ ਵੀ ਪਤਾ ਲੱਗ ਗਿਆ, ਦੁੱਧ ਦਾ ਵੀ ਪਤਾ ਲੱਗ ਗਿਆ, ਦੁੱਧ ਤੋਂ ਤਿਆਰ ਕੀਤੀ ਬਰਫੀ ਦਾ ਵੀ ਪਤਾ ਲੱਗ ਗਿਆ। ਤੇ ਉਹ ਸਰਦਾਰਨੀ ਕੋਲ ਖੜੀ ਸੀ, ਉਹਦੇ ਵਿੱਚ ਜਿਤਨਾ ਜੋਸ਼ ਆਇਆ, ਪੂਰੇ ਗੁੱਸੇ ਦੇ ਨਾਲ ਉਹਨੇ ਖਿੱਚ ਕੇ ਇਸ ਅੰਨੇ ਦੇ ਮੂੰਹ ਤੇ ਥੱਪੜ ਮਾਰਿਆ। ਥੱਪੜ ਮਾਰ ਕੇ ਕਹਿੰਦੀ ਤੈਨੂੰ ਪਤਾ ਤਾਂ ਕੱਖ ਵੀ ਨਹੀਂ ਲੱਗਿਆ, ਇਹਨੇ ਤੇ ਤੈਨੂੰ ਉਂਗਲ ਫੜਾਈ ਹੈ। ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਦੱਸਦੇ ਨੇ, ਸਤਿਗੁਰ ਗੁਰ ਪੂਰਾ ਅਰਾਧੋ। ਗੁਰੂ ਪੂਰਾ ਹੋਣਾ ਚਾਹੀਦਾ, ਉਂਗਲ ਫੜਾਉਣ ਵਾਲਾ ਨਹੀਂ ਹੋਣਾ ਚਾਹੀਦਾ।
ਉਹ ਨਹੀਂ ਵੀ ਗੁਰੂ ਨੇ ਉਂਗਲ ਫੜਾ ਦਿੱਤੀ ਤੇ ਅਸੀਂ ਨੱਚਣ ਲੱਗ ਗਏ ਵੀ ਹਾਂ ਮੈਨੂੰ ਆਹ ਵੀ ਪਤਾ ਲੱਗ ਗਿਆ, ਮੈਨੂੰ ਆਹ ਵੀ ਪਤਾ ਲੱਗ ਗਿਆ। ਜਿਵੇਂ ਮੈਂ ਪ੍ਰਾਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ ਵੀ ਕੱਲ ਬੱਚਿਆਂ ਦੇ ਫੋਨ ਬੜੇ ਆਏ ਨੇ, ਸਵਾਲ ਬੜੇ ਕੀਤੇ ਨੇ, ਤੇ ਜੇ ਮੈਂ ਨਾ ਪੜ੍ਹਿਆ ਹੁੰਦਾ, ਮੇਰੇ ਤੇ ਸੰਤ ਬਾਬਾ ਅਮਰ ਸਿੰਘ ਕੀਰਤੀ ਦੀ ਕਿਰਪਾ ਨਾ ਹੁੰਦੀ ਤੇ ਮੈਨੂੰ ਉੱਤਰ ਹੀ ਨਹੀਂ ਸੀ ਆਉਣਾ। ਮੈਂ ਜਵਾਬ ਕਿੱਥੋਂ ਦੇਣਾ ਸੀ? ਅਧੂਰਾ ਸੀ ਨਾ ਮੈਂ ਜਦੋਂ ਆਪ ਅਧੂਰਾ ਸੀ ਤੇ ਮੈਂ ਬੱਚਿਆਂ ਨੂੰ ਕੀ ਦੱਸਣਾ ਸੀ ਵੀ ਗੁਰਬਾਣੀ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਤੇ ਉਹਨਾਂ ਬੱਚਿਆਂ ਦੇ ਸਵਾਲਾਂ ਦੇ ਨਾਲ ਆਪ ਜੀ ਨੂੰ ਵੀ ਪਤਾ ਲੱਗ ਗਿਆ, ਕਈਆਂ ਗੱਲਾਂ ਤਾਂ ਸਮਝ ਆ ਗਈ ਹੈ। ਸੋ ਧੰਨ ਗੁਰੂ ਜੀ ਇੱਥੇ ਰਹਿਮਤ ਕਰਦੇ ਨੇ, ਸਤਿਗੁਰ ਗੁਰ ਪੂਰਾ ਆਰਾਧੋ, ਪੂਰੇ ਗੁਰੂ ਦੀ ਆਰਾਧਨਾ ਕਰਨੀ। ਗੁਰੂ ਅਧੂਰਾ ਨਹੀਂ ਹੋਣਾ ਚਾਹੀਦਾ। ਜਿੰਦਾ ਗੁਰੂ ਅਧੂਰਾ ਹੈ ਨਾ, ਜਿਨ੍ਹਾਂ ਦੇ ਗੁਰੂ ਅੰਨੇ ਨੇ ਨਾ, ਉਹ ਚੇਲੇ ਵੀ ਅੰਧੇ ਕਰਮ ਕਰੇ ਨੇ, ਉਹਨਾਂ ਨੇ ਵੀ ਅੰਨੇ ਕੰਮ ਹੀ ਕਰਨੇ ਨੇ, ਸਜਾਖੇ ਕੰਮ ਨੇ ਨਾ ਜਿਹੜੇ ਉਹ ਨਹੀਂ ਕਰਨੇ। ਇਸ ਕਰਕੇ ਗੁਰੂ ਜੀ ਨੇ ਕਿਰਪਾ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਰਾਮਦਾਸ ਜੀ ਨੇ ਵੀ ਪੂਰੇ ਗੁਰੂ ਦੇ ਲੜ ਲੱਗਣਾ ਅਸੀਂ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲਵਿਖ ਪਾਪ ਗਵਾਇਆ। ਜਦੋਂ ਅਸੀਂ ਪਰਿਪੂਰਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਗੁਰੂ ਮਹਾਰਾਜ ਦੀ ਨਾਮ ਦੀ ਆਰਾਧਨਾ ਕਰਾਂਗੇ ਤੇ ਸਾਰੇ ਪਾਪਾਂ ਦਾ ਨਾਸ ਹੋ ਜਾਵੇਗਾ ਜੀ। ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮਿੱਠਾ ਲਾਇਆ। ਸਹਿਜ ਇੱਕ ਅਵਸਥਾ ਹੈ, ਇਹਨੂੰ ਗਿਆਨ ਦੀ ਅਵਸਥਾ ਵੀ ਆਖਿਆ ਜਾਂਦਾ ਹੈ। ਜਿਸ ਦੇ ਅੰਦਰ ਇਹ ਅਵਸਥਾ ਬਣ ਜਾਂਦੀ ਹੈ ਨਾ, ਉਹ ਫਿਰ ਸਦੀਵੀ ਖੇੜੇ ਦੇ ਵਿੱਚ ਰਹਿੰਦਾ ਹੈ। ਆਨੰਦ ਦਾ ਅਰਥ ਹੈ ਖੁਸ਼ੀ, ਤੇ ਮਿੱਠਾ ਦਾ ਅਰਥ ਹੈ ਰਸ, ਕਿਉਂਕਿ ਮਿਠਾਸ ਹੈ ਜਿਹੜੀ ਉਹ ਰਸ ਦੇ ਵਿੱਚ ਹੁੰਦੀ ਹੈ। ਰਸੀਲੇ ਪਦਾਰਥ ਨੇ ਜਿਹੜੇ, ਉਹਨਾਂ ਵਿੱਚ ਰਸ ਵਾਲੀ ਮਿਠਾਸ ਹੈ। ਮਿਠਾਸ, ਮਿੱਠਾ, ਮਿੱਠਾ ਰਸ, ਇਹਨਾਂ ਤਿੰਨਾਂ ਸ਼ਬਦਾਂ ਨੂੰ ਵੱਖ-ਵੱਖ ਸਮਝਣਾ ਪਏਗਾ। ਧੰਨ ਗੁਰੂ ਜੀ ਨੇ ਕਿਰਪਾ ਕੀਤੀ, ਰਹਿਮਤ ਕਰਦੇ ਨੇ ਸੱਚੇ ਸਤਿਗੁਰੂ। ਇੱਥੇ ਸ਼ਬਦ ਵਰਤਿਆ ਹੈ, ਇੱਕ ਸਹਿਜ, ਦੂਜਾ ਆਨੰਦ ਤੇ ਤੀਜਾ ਮਿੱਠਾ। ਮੈਂ ਪਹਿਲੋਂ ਮਿੱਠਾ ਦੱਸ ਲਾਂ। ਇੱਥੇ ਉਹ ਮਿਠਾਸ ਨਹੀਂ ਜਿਹੜੀ ਮੂੰਹ 'ਚ ਪਾਈਏ ਤੇ ਸੰਗ ਤੋਂ ਥੱਲੇ ਉਤਰ ਗਈ ਏ ਤੇ ਨਾਸ ਹੋ ਗਈ ਏ। ਥੋੜ੍ਹੇ ਚਿਰ ਬਾਅਦ ਪਤਾ ਹੀ ਨਹੀਂ ਸੀ ਕਿੰਨਾ ਕੁ ਮਿੱਠਾ ਸੀ। ਉਹ ਮਿਠਾਸ ਨਹੀਂ। ਮਿੱਠਾ, ਮਿਠਾਸ ਨਾਮ ਦੀ, ਹਰ ਹਰ ਮਿੱਠਾ ਲਾਇਆ। ਨਾਮ ਹੈ ਜਿਹੜਾ, ਉਹਦੀ ਮਿਠਾਸ ਹੈ। ਤੇ ਮਿਠਾਸ ਇਹ ਨਾਮ ਦੀ ਉਹ ਮਿਠਾਸ ਨਹੀਂ ਮੂੰਹ 'ਚ ਖੰਡ ਪਾਈਏ ਖੁਰ ਗਈ ਤੇ ਉਦੋਂ ਬਾਅਦ ਫਿਰ ਉਹ ਮਿਠਾਸ ਜਿਹੜੀ ਇਹ ਮਿਠਾਸ ਨਹੀਂ ਰਹੀ। ਅੱਜ ਕੱਲ੍ਹ ਦੀ ਖੰਡ ਹੈ ਨਾ ਜਿਹੜੀ, ਪਤਾ ਨਹੀਂ ਐਵੇਂ ਕਿਵੇਂ ਅੱਗੇ ਗੱਲ ਜੀ ਆ ਜਾਂਦੀ ਹੈ, ਫਿਰ ਦੱਸਣੀ ਪੈਂਦੀ ਹੈ। ਅੱਜ ਕੱਲ੍ਹ ਦੀ ਜਿਹੜੀ ਖੰਡ ਹੈ ਨਾ, ਇਹ ਮੂੰਹ 'ਚ ਪਾ ਕੇ ਵੇਖਿਓ, ਇੱਕ ਵਾਰੀ ਮਿੱਠੀ ਲੱਗੇਗੀ, ਬਾਅਦ ਦੇ ਵਿੱਚ ਥੋੜ੍ਹੇ ਸਮੇਂ ਬਾਅਦ ਫਿਰ ਮੂੰਹ ਕੌੜਾ ਹੋ ਜਾਂਦਾ ਹੈ। ਕਿਉਂਕਿ ਇਹਦੇ 'ਚ ਕੈਮੀਕਲ ਜ਼ਿਆਦਾ ਹੈ, ਅਤੇ ਉਹ ਕੈਮੀਕਲ ਜਿਹੜਾ ਉਹਦੀ ਰੰਗਤ ਦੇ ਨਾਲ ਬਾਅਦ ਦੇ ਵਿੱਚ ਜਦੋਂ ਗੰਨੇ ਦਾ ਰਸ ਖਤਮ ਹੋ ਜਾਂਦਾ ਤੇ ਕੈਮੀਕਲ ਦਾ ਰਸ ਜਿਹੜਾ ਉਹ ਕੜੱਤਣ ਵਾਲਾ ਹੁੰਦਾ ਹੈ। ਇਸ ਤੋਂ ਫਿਰ ਉਹ ਜੰਮ ਗਿਆ ਤੇ ਸਾਡੇ ਅੰਦਰ ਸੰਘ ਦਾ ਕੈਂਸਰ ਬਣਦਾ ਜੇ। ਇਹਦੇ ਨਾਲ ਫਿਰ ਸੰਘ ਦਾ ਕੈਂਸਰ ਹੈ ਜਿਹੜਾ, ਗਲੇ ਦਾ ਕੈਂਸਰ ਹੈ ਜਾਂ ਫੇਫੜਿਆਂ ਦਾ, ਇਹ ਕੈਂਸਰ ਬਣਦਾ ਅੰਦਰ। ਰਹੋ ਵਿਚਾਰ, ਐਵੇਂ ਖਿਆਲ ਜਿਹਾ ਅੱਗੇ। ਹਰ ਹਰ ਮਿੱਠਾ ਲਾਇਆ, ਇਹ ਉਹ ਮਿਠਾਸ ਹੈ ਜਿਹੜੀ ਸਦੀਵੀ ਬਣੀ ਰਹਿੰਦੀ ਹੈ। ਜਦੋਂ ਆ ਗਈ ਨਾ, ਫਿਰ ਆਉਣੋਂ ਨਹੀਂ ਹਟਦੀ। ਮਨ ਹਰ ਹਰ ਮਿੱਠਾ ਲਾਇਆ, ਤੇ ਲੱਗੇਗਾ ਕਦੋਂ? ਸਹਿਜ ਆਨੰਦ ਹੋਆ ਵੱਡ ਭਾਗੀ। ਸਹਿਜ, ਸਹਿਜ ਅਵਸਥਾ ਹੈ। ਸਹਿਜ ਉਹ ਅਵਸਥਾ ਹੈ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਤੇ ਸਾਡੇ ਅੰਦਰ ਸਹਿਜ ਬਣ ਜਾਂਦਾ ਹੈ। ਸਾਡੇ ਅੰਦਰ ਸਹਿਜ ਬਣ ਜਾਂਦਾ ਹੈ। ਫਿਰ ਅਸੀਂ ਕਿਸੇ ਮੁਸੀਬਤ ਨੂੰ ਵੇਖ ਕੇ ਵਿਚਲਿਤ ਨਹੀਂ ਹੁੰਦੇ, ਘਬਰਾਉਂਦੇ ਨਹੀਂ, ਕਿਉਂਕਿ ਗੁਰੂ ਤੇ ਭਰੋਸਾ ਹੋ ਜਾਂਦਾ, ਗੁਰੂ ਤੇ ਦ੍ਰਿੜਤਾ ਹੋ ਜਾਂਦੀ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਆਪ ਸਾਡੇ ਅੰਗ ਸੰਗ ਨੇ, ਤੇ ਫਿਰ ਸਾਨੂੰ ਘਬਰਾਹਟ ਕਾਹਦੀ? ਘਬਰਾਉਣਾ ਕਾਹਦੇ ਲਈ? ਨਾ ਹੀ ਮਨ ਜਿਹੜਾ ਉਹ ਕਿਸੇ ਖੁਸ਼ੀ ਨੂੰ ਵੇਖ ਕੇ ਨਾ ਲੋੜ ਤੋਂ ਜ਼ਿਆਦਾ ਫੁੱਲ ਜਾਂਦਾ ਹੈ, ਲੋੜ ਤੋਂ ਜ਼ਿਆਦਾ ਖੁਸ਼ ਹੋ ਜਾਂਦਾ। ਨਹੀਂ, ਸੱਚੇ ਸਤਿਗੁਰ ਤੇਰਾ ਸ਼ੁਕਰ ਹੈ, ਕੋਟਨ ਕੋਟ ਧੰਨਵਾਦ ਹੈ, ਪਰ ਜੋੜੀ ਮੈਨੂੰ ਨਾਮ ਦੇ ਨਾਲ ਰੱਖੀ। ਇਹ ਗੱਲ ਬਣਦੀ ਹੈ। ਆ ਵੇਖਿਆ ਕਈਆਂ ਦੇ ਘਰੇ ਨਾ ਬੱਚਾ ਜਨਮ ਲੈ ਲਵੇ ਨਾ, ਜੇ ਥੋੜ੍ਹਾ ਜਿਹਾ ਥੁੜ ਦੇ ਨਾਲ ਲੈ ਲਵੇ ਨਾ, ਤੇ ਫਿਰ ਕਈਆਂ ਦੇ ਘਰੇ ਨਾ ਜਿਹੜੇ ਆਪਣੇ ਆਪ ਨੂੰ ਕਹਿਣ ਵਾਲੇ ਇਹ ਹੁੰਦੇ ਨੇ ਵੀ ਅਸੀਂ ਤਾਂ ਬੜੀ ਰਹਿਤ ਮਰਿਆਦਾ ਦੇ ਵਿੱਚ ਰਹਿੰਦੇ ਹਾਂ, ਉਹਨਾਂ ਦੀ ਰਹਿਤ ਮਰਿਆਦਾ ਵੀ ਦਾਸ ਨੇ ਟੁੱਟਦੀ ਵੇਖੀਏ। ਕਿਉਂਕਿ ਉਹਨਾਂ ਦੇ ਅੰਦਰ ਸਹਿਜ ਨਹੀਂ, ਤੇ ਸਹਿਜ ਨਹੀਂ ਤੇ ਖੁਸ਼ੀ ਨਹੀਂ ਸਾਰੀ ਗਈ। ਖੁਸ਼ੀ ਦੇ ਵਿੱਚ ਗਲਤ ਕਰ ਬੈਠੇ ਨੇ। ਸਹਿਜ ਆ ਗਿਆ ਤੇ ਨਾ ਖੁਸ਼ ਹੋ ਕੇ
ਨਾਮ ਨੂੰ ਛੱਡਣਾ ਤੇ ਨਾ ਦੁੱਖ ਦੇ ਵਿੱਚ ਨਾਮ ਨੂੰ ਛੱਡਣਾ, ਨਾਮ ਦੇ ਨਾਲ ਜੁੜਿਆ ਰਹਿਣਾ। ਆਨੰਦ ਨਾਮ ਖੁਸ਼ੀ ਦਾ ਹੈ। ਇਹ ਉਹ ਖੁਸ਼ੀ ਹੈ ਜਿਹੜੀ ਸਹਿਜ ਅਵਸਥਾ ਦੇ ਨਾਲ ਬਣਦੀ ਹੈ। ਜਦੋਂ ਬਣ ਗਈ ਤੇ ਪੁਰ ਸੰਸਾਰੀ ਖੁਸ਼ੀ ਦੀ ਵਰਗੀ ਨਹੀਂ। ਜਿਵੇਂ ਕਾਰ ਆ ਗਈ ਹੈ ਤੇ ਅਸੀਂ ਖੁਸ਼ ਹੋ ਗਏ ਹਾਂ, ਜਿਵੇਂ ਜਿਵੇਂ ਕਾਰ ਪੁਰਾਣੀ ਹੁੰਦੀ ਜਾਂਦੀ ਉਵੇਂ ਉਵੇਂ ਖੁਸ਼ੀ ਵੀ ਪੁਰਾਣੀ ਹੋ ਜਾਂਦੀ ਹੈ। ਇਹ ਉਹ ਖੁਸ਼ੀ ਨਹੀਂ। ਇਹ ਆਨੰਦ ਉਹ ਖੇੜਾ ਹੈ ਜਿਹੜਾ ਸਹਿਜ ਅਵਸਥਾ ਦੇ ਨਾਲ ਗੁਰਮੁਖ ਪਿਆਰਿਆਂ ਦੇ ਅੰਦਰ ਬਣਦਾ ਹੈ ਤੇ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਨੇ। ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹ ਫਿਰ ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਤੇ ਮਨ ਦੇ ਵਿੱਚ ਫਿਰ ਵਾਹਿਗੁਰੂ ਨਾਮ ਦੀ ਮਿਠਾਸ ਬਣ ਜਾਂਦੀ ਹੈ ਜੀ। ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਧੰਨ ਗੁਰੂ ਮਹਾਰਾਜ ਜੀ ਨੇ ਫਿਰ ਸੰਸਾਰੀ ਮੁੱਢ ਦੀ ਗੱਲ ਕਰ ਦਿੱਤੀ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਪਹਿਲੀ ਸਿੱਖਿਆ ਗੁਰ ਸਿੱਖਾ ਤੇਰੇ ਵਾਸਤੇ। ਤੇ ਆਰੰਭ ਦਾ ਅਰਥ ਇੱਥੇ ਮੁੱਢ ਬਣਨਾ ਹੈ। ਆਰੰਭ ਦਾ ਅਰਥ ਇੱਥੇ ਮੁੱਢ ਬਣਨਾ ਹੈ, ਕਿਉਂਕਿ ਸ਼ੁਰੂਆਤ ਤਾਂ ਕੱਲ੍ਹ ਵਾਲੇ ਸ਼ਬਦ ਦੇ ਵਿੱਚ ਜਦੋਂ ਕੁੜਮ ਕੜਮਾਈ ਆਇਆ ਸ਼ਬਦ ਆਇਆ ਸੀ ਨਾ, ਉੱਥੇ ਪ੍ਰਾਰੰਭਤਾ ਹੋ ਗਈ ਸੀ ਵੀ ਇਹ ਬੱਚਾ ਬੱਚੀ ਹੈ ਜਿਹੜਾ ਇਹਨਾਂ ਨੇ ਹੁਣ ਆਪਣਾ ਪ੍ਰਵਿਰਤੀ ਜੀਵਨ ਹੈ ਨਾ ਜਿਹੜਾ ਉਹ ਜਿਉਣਾ ਹੈ। ਦੋਵਾਂ ਪਰਿਵਾਰਾਂ ਵੱਲੋਂ ਇਹਨਾਂ ਨੂੰ ਗ੍ਰਸਤੀ ਜੀਵਨ ਦੀ ਪਰਮਿਸ਼ਨ ਸੀ ਜਿਹੜੀ ਉਹ ਮਿਲ ਗਈ ਸੀ ਵੀ ਇਹ ਅੱਜ ਤੋਂ ਬਾਅਦ ਆਪਣਾ ਘਰ ਪਰਿਵਾਰ ਹੈ ਜਿਹੜਾ ਉਹ ਚਲਾਉਣਗੇ। ਇੱਥੇ ਆਰੰਭ ਦਾ ਅਰਥ ਹੈ ਮੁੱਢ ਬਣਨਾ। ਤੇ ਜਦੋਂ ਕਿਸੇ ਕੰਮ ਦਾ ਮੁੱਢ ਵੱਜ ਜਾਵੇ ਤੇ ਫਿਰ ਉਹਦੀ ਸਾਨੂੰ ਸਫਲਤਾ ਜਿਹੜੀ ਉਹ ਮਿਲ ਜਾਂਦੀ ਹੈ। ਤੇ ਕਾਜ ਦਾ ਅਰਥ ਹੈ ਵਿਆਹ। ਅੱਜ ਵੀ ਕਈਆਂ ਥਾਵਾਂ ਤੇ ਨਾ ਵਿਆਹ ਨੂੰ ਕਹਿੰਦੇ ਨੇ ਮੈਂ ਬੱਚੇ ਦਾ ਕਾਜ ਕਰਨਾ ਹੈ। ਕਾਜ ਦਾ ਅਰਥ ਵਿਆਹ ਹੈ। ਜਨ ਕਹੈ ਨਾਨਕ ਲਾਭ ਪਹਿਲੀ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਪਹਿਲੀ ਸਿੱਖਿਆ ਗੁਰਸਿੱਖਾ ਕਿ ਤੇਰਾ ਜਿਹੜਾ ਹੈ ਨਾ ਵਿਆਹ ਵਾਲਾ ਕਾਰਜ ਉਹਦਾ ਮੁੱਢ ਜਿਹੜਾ ਹੈ ਨਾ ਰਚਾਇਆ, ਮੁੱਢ ਵੱਜ ਗਿਆ, ਮੁੱਢ ਰਚ ਗਿਆ ਇਹਦਾ। ਤੇ ਜਿਹੜਾ ਨਾਮ ਜਪਣ ਵਾਲਾ, ਭਜਨ ਬੰਦਗੀ ਕਰਨ ਵਾਲਾ, ਸਿਮਰਨ ਕਰਨ ਵਾਲਾ ਗੁਰਸਿੱਖ ਹੈ ਉਹਨੂੰ ਵੀ ਇਹ ਸਿੱਖਿਆ ਗੁਰੂ ਮਹਾਰਾਜ ਜੀ ਦੀ ਵੀ ਹੁਣ ਤੂੰ ਅੰਮ੍ਰਿਤਧਾਰੀ ਹੋ ਗਿਆ ਤੇ ਤੇਰਾ ਵੀ ਮੁੱਢ ਵੱਜ ਗਿਆ। ਹੁਣ ਅੰਮ੍ਰਿਤਧਾਰੀ ਹੋ ਗਿਆ ਨਾ, ਹੁਣ ਤੇਰਾ ਮੁੱਢ ਵੱਜ ਗਿਆ। ਤੂੰ 5 ਬਾਣੀਆਂ 7 ਬਾਣੀਆਂ ਦੇ ਨਿਤਨੇਮ ਦੇ ਨਾਲ ਜੁੜ ਗਿਆ, ਸਿਮਰਨ ਦੇ ਨਾਲ ਜੁੜ ਗਿਆ। ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਿਆ ਕਰ, ਸਿਮਰਨ ਕਰਿਆ ਕਰ, ਤੇਰਾ ਮੁੱਢ ਵੱਜ ਗਿਆ ਹੈ। ਤੇ ਇਹ ਮੁੱਢ ਵੱਜਿਆ ਜਿਹੜਾ ਇਹ ਉੱਤੇ ਭਾਈ ਫਲਵਾੜ ਵਾਲਾ ਵੀ ਹੋਵੇ, ਇਹਨੂੰ ਫਲ ਵੀ ਲੱਗਣ। ਤਾਂ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਨ ਕਹੈ ਨਾਨਕ ਲਾਭ ਪਹਿਲੀ। ਪਹਿਲੀ ਸਿੱਖਿਆ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ ਦੀ। ਗੁਰਮੁਖ ਪਿਆਰਿਆ ਤੇਰਾ ਵਿਆਹ ਵਾਲਾ ਕਾਰਜ ਜਿਹੜਾ ਇਹਦਾ ਮੁੱਢ ਵੱਜ ਗਿਆ ਹੈ ਜੀ। ਹਰ ਦੂਜੜੀ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਹੁਣ ਦੂਜੀ ਸਿੱਖਿਆ ਗੁਰਸਿੱਖ ਵਾਸਤੇ ਤੇ ਪਰਿਵਾਰ ਵਾਲਿਆਂ ਵਾਸਤੇ ਵੀ। ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ। ਦੂਜੀ ਸਿੱਖਿਆ ਗੁਰੂ ਮਹਾਰਾਜ ਜੀ ਦੀ ਇਹ ਹੈ ਕਿ ਸੱਚਾ ਸਤਿਗੁਰ ਪਰਿਪੂਰਨ ਰੂਪ ਦੇ ਵਿੱਚ ਰੱਖਿਆ ਕਰਨ ਵਾਲਾ ਸਾਡਾ ਉਹਦੇ ਨਾਲ ਮੇਲ ਹੋ ਗਿਆ, ਮੁੱਢ ਵੱਜ ਗਿਆ, ਮੇਲ ਹੋ ਗਿਆ। ਤੇ ਉਧਰ ਪੁਰਖ ਦਾ ਅਰਥ ਹੈ ਪਤੀ। ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਬੱਚੀ ਨੂੰ ਇਹ ਸਿੱਖਿਆ ਹੈ ਵੀ ਤੈਨੂੰ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਤੇਰਾ ਸੰਜੋਗ ਮਿਲਿਆ ਹੈ ਤੇ ਇਹ ਪਤੀ ਹੈ ਜਿਹੜਾ ਇਹ ਤੈਨੂੰ ਮਿਲ ਗਿਆ ਹੈ ਤੇ ਤੂੰ ਅੱਜ ਤੋਂ ਬਾਅਦ ਪਤੀ ਵਰਤ ਦੇ ਵਿੱਚ ਰਹਿਣਾ। ਇੱਥੇ ਇੱਕ ਸਾਖੀ ਹੈ ਪਤੀ ਵਰਤ ਦੀ, ਸੋ ਆਪ ਜੀ ਦੇ ਉਹ ਵੀ ਪੇਸ਼ ਕੀਤੀ ਜਾਵੇ, ਆਪ ਜੀ ਨੂੰ ਸੁਣਾਈ ਜਾਵੇ। ਇਹ ਵੀ ਸੇਵਾ ਜਿਹੜੀ ਹੈ ਇਹ ਕੀਤੀ ਜਾਵੇ। ਕੋਈ ਰਾਜਾ ਸੀ, ਉਸ ਦਾ ਬਾਗ ਸੀ ਤੇ ਬਾਗ ਸਾਰੇ ਹੀ ਸੁੱਕ ਗਿਆ। ਰਾਜਾ ਸੀ, ਉਸ ਦਾ ਬਾਗ ਸੀ, ਬਾਗ ਸਾਰਾ ਹੀ ਸੁੱਕ ਗਿਆ। ਜਦੋਂ ਬਾਗ ਸੁੱਕ ਗਿਆ ਤੇ ਪਹਿਲੂ ਰਾਜਿਆਂ ਕੋਲ ਇਹਨਾਂ ਰਾਜਗੁਰੂ ਹੋਇਆ ਕਰਦੇ ਸਨ। ਤਾਂ ਤੇ ਰਾਜੇ ਜਿਹੜੇ ਸਨ ਉਹ ਧਰਮੀ ਸਨ, ਲੋਕਾਈ ਦਾ ਭਲਾ ਸੋਚਦੇ ਸਨ, ਪ੍ਰਜਾ ਦਾ ਭਲਾ ਸੋਚਦੇ ਸਨ। ਤੇ ਅੱਜ ਕੱਲ੍ਹ ਦੇ ਜਿਹੜੇ ਗੁਰੂ ਨੇ ਨਾ ਉਹ ਰਾਜਿਆਂ ਦੇ ਗੁਲਾਮ ਹੋ ਗਏ ਨੇ। ਪਹਿਲੂ ਜਿਹੜੇ ਰਾਜੇ ਸਨ ਉਹ ਗੁਰੂਆਂ ਦੇ ਅਧੀਨ ਰਿਹਾ ਕਰਦੇ ਸਨ ਤੇ ਅੱਜ ਕੱਲ੍ਹ ਦੇ ਜਿਹੜੇ ਗੁਰੂ ਨੇ ਨਾ ਉਹ ਰਾਜਿਆਂ ਦੇ ਅਧੀਨ ਰਹਿੰਦੇ ਨੇ। ਇਹਨੇ ਰਾਜਗੁਰੂ ਨੂੰ ਪੁੱਛਿਆ ਜੀ ਮੇਰਾ ਬਾਗ ਸੁੱਕ ਗਿਆ ਤੇ ਤੁਸੀਂ ਕਿਰਪਾ ਕਰੋ ਮੈਨੂੰ ਦੱਸੋ ਇਹ ਹਰਾ ਕਿਵੇਂ ਹੋਏਗਾ। ਰਾਜਗੁਰੂ ਨੇ ਆਖਿਆ ਵੀ ਪਤੀ ਵਰਤਾ ਔਰਤ ਹੋਵੇ, ਉਹ ਇਹ ਬੂਟਿਆਂ ਨੂੰ ਪਾਣੀ ਪਾਵੇ ਤੇ ਸਾਰੀ ਹਰੇ ਹੋ ਜਾਣਗੇ। ਰਾਜੇ ਨੇ ਆਖਿਆ ਵੀ ਮੇਰੀ ਪਤਨੀ ਹੈ ਨਾ ਜਿਹੜੀ ਉਹ ਪਤੀ ਵਰਤਾ ਹੈ, ਉਹ ਪਾਣੀ ਪਾ ਦੇਵੇਗੀ ਤੇ ਸਾਰੀ ਹਰੇ ਹੋ ਜਾਣਗੇ। ਇਹਨੇ ਆਖਿਆ ਵੀ ਮੈਂ ਰਾਜਗੁਰੂ ਹਾਂ, ਮੇਰੇ ਮੁਖ ਚੋਂ ਨਿਕਲੇ ਹੋਏ ਸ਼ਬਦ ਵਚਨ ਨੇ ਜਿਹੜੇ ਜੇ ਪੂਰੇ ਨਾ ਹੋਏ
ਤੇ ਸਮਾਜ ਦੇ ਵਿੱਚ ਫਿਰ ਇਹ ਗੱਲ ਜੋਗ ਨਹੀਂ ਰਹਿਣੀ, ਲੋਕਾਂ ਦੀ ਸ਼ਰਧਾ ਟੁੱਟ ਜਾਣੀ ਹੈ। ਜਿਵੇਂ ਵੇਖੋ, ਮੈਂ ਤਾਂ ਤੁਹਾਨੂੰ 2 ਨੂੰ 4 ਨੂੰ ਵੇਖ ਰਿਹਾ ਤੇ ਮੈਨੂੰ ਪਤਾ ਨਹੀਂ ਕਿਤਨੇ ਕੁ ਵੇਖ ਰਹੇ ਨੇ, ਇਸ ਕਰਕੇ ਮੈਨੂੰ ਆਪੇ ਨਾ ਜਿਹੜਾ ਬੜਾ ਕੁੰਝ ਕੇ ਰੱਖਣਾ ਪੈਂਦਾ ਹੈ ਬੋਲਣ ਲੱਗਿਆ। ਤੁਸੀਂ ਜੋ ਮਰਜ਼ੀ ਬੋਲੀ ਜਾਓ, ਮੇਰੇ ਮੂੰਹ ਚੋਂ ਇੱਕ ਵੀ ਸ਼ਬਦ ਨਿਕਲ ਗਿਆ ਤੇ ਤੁਸੀਂ ਆਖੋਗੇ ਗਿਆਨੀ ਜੀ ਕੀ ਬੋਲੀ ਜਾਂਦੇ ਨੇ, ਗਿਆਨੀ ਜੀ ਵੇਖੋ ਕੀ ਆਖੀ ਜਾਂਦੇ ਨੇ। ਮੈਂ ਕੁਝ ਕਰ ਰਿਹਾ, ਤੁਸੀਂ ਜੋ ਮਰਜ਼ੀ ਕਰੀ ਜਾਵੋ, ਮੈਂ ਕੁਝ ਕਰ ਰਿਹਾ ਤੇ ਤੁਸੀਂ ਆਖੋਗੇ ਗਿਆਨੀ ਜੀ ਆਹ ਕੀ ਕਰੀ ਜਾਂਦੇ ਹੋ, ਤੁਹਾਡੇ ਕਰਨ ਵਾਲਾ ਕੰਮ ਹੈ। ਕਿਉਂਕਿ ਮੈਨੂੰ ਸਮਾਜ ਵੇਖਦਾ ਹੈ ਤੇ ਤੁਸੀਂ ਸਮਾਜ ਦਾ ਅੰਗ ਹੋ। ਇਸ ਤਰ੍ਹਾਂ ਇਹ ਰਾਜਗੁਰੂ ਨੇ ਸਮਝਾਇਆ ਵੀ ਮੈਂ ਸਮਾਜ ਦਾ ਅੰਗ ਨਹੀਂ ਹਾਂ, ਸਮਾਜ ਮੈਨੂੰ ਵੇਖਦਾ, ਮੈਂ ਸਮਾਜ ਦਾ ਨਿਰਮਾਤਾ ਹਾਂ। ਜਿਵੇਂ ਦਾਸ ਬੇਨਤੀ ਕਰਦਾ ਨਾ, ਮਾਸਟਰ ਹੈ ਜਿਹੜਾ ਇਹ ਸਮਾਜ ਸੁਧਾਰਕ ਹੁੰਦਾ ਹੈ। ਮਾਸਟਰ ਜਿਹੜਾ ਇਹ ਸਮਾਜ ਦਾ ਨਿਰਮਾਤਾ ਹੁੰਦਾ ਹੈ, ਸਮਾਜ ਸੁਧਾਰਕ ਹੁੰਦਾ ਹੈ। ਉਹਨੇ ਜਿਸ ਤਰ੍ਹਾਂ ਦੀ ਬੱਚਿਆਂ ਨੂੰ ਸਿੱਖਿਆ ਦੇਣੀ, ਬੱਚੇ ਉਸ ਤਰ੍ਹਾਂ ਦੇ ਹੋ ਜਾਣਗੇ। ਆ ਜਿਹੜੇ ਅੱਜ ਕੱਲ੍ਹ ਦੇ ਸਾਡੇ ਬੱਚੇ ਬੜੇ ਵਿਗੜੇ ਨੇ ਨਾ, ਬੱਚਿਆਂ ਦੇ ਵਿੱਚ ਬੜੇ ਔਗਣ ਆ ਗਏ ਨੇ, ਇਹ ਸਾਡੇ ਮਾਸਟਰਾਂ ਦੀ ਕਮੀ ਹੈ ਤੇ ਕੋਈ ਸਾਡੀ ਸਰਕਾਰ ਦੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਨੇ। ਪਹਿਲੋਂ ਜਦੋਂ ਬੱਚਾ ਇਸ ਤਰ੍ਹਾਂ ਦੀ ਗਲਤੀ ਕਰਦਾ ਤੇ ਮਾਸਟਰ ਨੂੰ, ਮਾਤਾ ਪਿਤਾ ਨੂੰ ਨਹੀਂ ਸੀ ਪੁੱਛਣਾ ਪੈਂਦਾ ਵੀ ਇਹ ਤੇਰਾ ਬੱਚਾ ਤੇ ਮੈਨੂੰ ਕੁੱਟਾਂ ਕਿ ਨਾ ਕੁੱਟਾਂ, ਉਹਨੇ ਲੰਮਾ ਹੀ ਪਾ ਲੈਣਾ ਹੁੰਦਾ ਸੀ। ਤੇ ਮਾਸਟਰ ਨੂੰ ਵੇਖ ਕੇ ਬੱਚੇ ਸਨ ਨਾ ਜਿਹੜੇ ਸ਼ੈ ਹੋ ਜਾਂਦੇ ਸਨ, ਅਸੀਂ ਆਪ ਹੁੰਦੇ ਰਹੇ ਹਾਂ ਭਾਈ। ਸੋ ਇਹ ਰਾਜਗੁਰੂ ਹੈ ਜਿਹੜਾ, ਇਹਨੇ ਆਖਿਆ ਜੀ ਇਸ ਤਰ੍ਹਾਂ ਨਹੀਂ। ਹੁਣ ਰਾਜੇ ਨੂੰ ਕਿਵੇਂ ਕਹਿ ਦੇਵੇ ਵੀ ਤੇਰੀ ਪਤਨੀ ਹੈ ਜਿਹੜੀ, ਇਹ ਰਾਣੀ ਹੈ ਜਿਹੜੀ, ਇਹ ਪਤੀ ਵਰਤ ਦੇ ਵਿੱਚ ਨਹੀਂ ਹੈਗੀ। ਇਹ ਕਹਿੰਦਾ ਜੀ ਇਸ ਤਰ੍ਹਾਂ ਨਹੀਂ, ਤੁਸੀਂ ਪਹਿਲੋਂ ਨਿਰਣਾ ਕਰ ਲਓ, ਵੇਖ ਲਵੋ ਵੀ ਪਤੀ ਵਰਤ ਦੇ ਵਿੱਚ ਹੈ ਵੀ ਕਿ ਨਹੀਂ, ਆਪਾਂ ਫੈਸਲਾ ਤਾਂ ਕਰ ਲਈਏ। ਇਹ ਦੋਵੇਂ ਲੁੱਕ ਕੇ ਬਹਿ ਗਏ ਨੇ ਤੇ ਇੱਕ ਰਾਜਗੁਰੂ ਨੇ ਔਰਤ ਨੂੰ ਸਿਖਾਇਆ ਵੀ ਇਹਨੂੰ ਤੂੰ ਜਾ ਕੇ ਇਹ ਗੱਲ ਆਖੀ, ਵਾਹਿਗੁਰੂ ਜਿਹੜੀ ਵਿਭਚਾਰਨ ਹੋਵੇ ਨਾ, ਉਹ ਜੇ ਪਾਣੀ ਪਾਵੇ ਤੇ ਬੂਟੇ ਜਿਹੜੇ ਨਿਆਰੇ ਹੋ ਜਾਣਗੇ। ਮੈਂ ਇੰਨਾ ਹੀ ਟਾਲ ਦਿਆਂ, ਥੋੜ੍ਹਾ ਗੱਲ ਨੂੰ ਸਮਝ ਲੈਣਾ ਆਪ ਹੀ। ਇਹ ਰਾਣੀ ਕਹਿੰਦੀ ਜੀ ਇੱਕ ਰਹਿੰਦਾ ਹੈ ਘੋੜਿਆਂ ਦੇ ਤਬੇਲੇ ਵਾਲਾ, ਬਾਕੀ ਤਾਂ ਸਾਰੇ ਮੇਰੇ ਭੋਗੇ ਹੋਏ ਨੇ ਤੇ ਉਹ ਮੈਂ ਅੱਜ ਭੋਗ ਲੈਂਦੀ ਹਾਂ ਤੇ ਮੈਂ ਪਾਣੀ ਪਾ ਦਿੰਦੀ ਹਾਂ। ਰਾਜੇ ਨੇ ਸੁਣ ਲਿਆ, ਇਹਨੇ ਤਲਵਾਰ ਖਿੱਚ ਲਈ। ਰਾਜਗੁਰੂ ਕਹਿੰਦਾ ਆਹ ਕੰਮ ਨਹੀਂ ਕਰਨਾ, ਇਹ ਦੋਸ਼ ਮੇਰੇ ਤੇ ਆਏਗਾ, ਇਹ ਗੁਨਾਹ ਹੈ ਜਿਹੜਾ ਇਹ ਮੈਨੂੰ ਲੱਗੇਗਾ, ਕਿਉਂਕਿ ਮੈਂ ਤੈਨੂੰ ਇੱਥੇ ਲੁਕਣ ਦੇ ਲਈ ਲੈ ਕੇ ਆਇਆ। ਬਸ ਚੁੱਪ ਕਰ ਜਾ, ਆਪਣੇ ਦੋਹਾਂ 'ਚ ਜਾਂ ਇੱਕ ਕੁੜੀ ਦੇ ਵਿੱਚ ਗੱਲ ਰਹਿਣੀ ਹੈ, ਤੀਜੇ ਕੋਲ ਨਹੀਂ ਜਾਏਗੀ। ਫਿਰ ਸਮਾਜ ਦੇ ਵਿੱਚ ਢੰਡੋਰਾ ਪਟਾਇਆ ਗਿਆ ਵੀ ਕੋਈ ਇਸ ਤਰ੍ਹਾਂ ਦੀ ਔਰਤ ਹੋਵੇ ਜਿਹੜੀ ਪਤੀ ਵਰਤ ਦੇ ਵਿੱਚ ਹੋਵੇ ਤੇ ਰਾਜੇ ਦੇ ਬੂਟਿਆਂ ਨੂੰ ਪਾਣੀ ਪਾਵੇ, ਜਿਸ ਦੇ ਨਾਲ ਇਹ ਬੂਟੇ ਨੇ ਜਿਹੜੇ ਇਹ ਹਰੇ ਹੋ ਜਾਣ। ਸਾਰੇ ਰਾਜ ਭਾਗ ਦੇ ਵਿੱਚੋਂ ਇੱਕ ਔਰਤ ਨੇ ਹੱਥ ਖੜਾ ਕੀਤਾ, ਕਹਿੰਦੀ ਜੀ ਮੈਂ ਆ ਪਤੀ ਵਰਤ ਦੇ ਵਿੱਚ, ਪਰ ਇਸ ਬਾਗ ਦੇ ਜਿਤਨੇ ਵੀ ਬੂਟੇ ਨੇ ਨਾ, ਹਰ ਬੂਟੇ ਦੀ ਇੱਕ ਟਾਹਣੀ ਸੁੱਕੀ ਰਹੇਗੀ। ਰਾਜਗੁਰੂ ਨੇ ਪੁੱਛਿਆ ਵੀ ਇਹਦਾ ਕਾਰਨ? ਕਹਿੰਦੀ ਜੀ ਮੈਂ ਨਿੱਕੀ ਜੀ ਸਾਂ, ਮੇਰੀ ਭੂਆ ਆਈ ਸੀ ਤੇ ਮੈਂ ਭੂਆ ਕੋਲੇ ਰਹਿੰਦੀ ਸਾਂ। ਹੁਣ ਬੱਚੀਆਂ ਭੂਆ ਕੋਲੇ ਚਲੀਆਂ ਜਾਂਦੀਆਂ, ਨਾਨਕੇ ਵੀ ਚਲੀਆਂ ਜਾਂਦੀਆਂ ਨੇ, ਭੂਆ ਕੋਲੇ ਵੀ ਚਲੀਆਂ ਜਾਂਦੀਆਂ ਨੇ, ਕਿੰਨੇ ਕਿੰਨੇ ਦਿਨ ਲਾ ਆਉਂਦੀਆਂ ਨੇ। ਤੇ ਮੇਰੀ ਭੂਆ ਨੇ ਆਣ ਕੇ ਆਖਿਆ ਵੀ ਮੇਰਾ ਜਿਹੜਾ ਜੇਠ ਜਾਂ ਦਿਓਰ ਇੰਨਾ, ਉਹਦਾ ਮੁੰਡਾ ਹੈ। ਅੱਗੇ ਭੂਆ ਰਿਸ਼ਤਾ ਲੈ ਜਾਂਦੀਆਂ ਸਨ, ਉਹਨੂੰ ਵੀ ਲੈ ਜਾਂਦੀਆਂ ਨੇ ਆਪਣੇ ਪਰਿਵਾਰ ਦੇ ਵਿੱਚ। ਮੈਂ ਆਪਣੇ ਜੇਠ ਦੇ ਜਾਂ ਦਿਓਰ ਦੇ ਮੁੰਡੇ ਵੱਲ ਨਾ ਤੇਰੀ ਬੱਚੀ ਦਾ ਰਿਸ਼ਤਾ ਲਿਜਾਣਾ। ਤੇ ਕਹਿੰਦੀ ਮੈਂ ਵੇਖਿਆ ਸੀ, ਮੈਂ ਉਹਨੂੰ ਪਤੀ ਦੇ ਰੂਪ ਦੇ ਵਿੱਚ ਵੇਖ ਲਿਆ, ਫਿਰ ਅੰਦਰੇ ਅੰਦਰ ਮਨ ਦੇ ਵਿੱਚ, ਤੇ ਮੇਰੇ ਪਿਤਾ ਨੇ ਨਾ ਕਰ ਦਿੱਤੀ। ਕਹਿੰਦਾ ਜੀ ਅਸੀਂ ਤੁਹਾਡੇ ਪਰਿਵਾਰ ਦੇ ਵਿੱਚ ਰਿਸ਼ਤਾ ਨਹੀਂ ਦੇਣਾ, ਤੁਹਾਡਾ ਪਰਿਵਾਰ ਹੈ ਜਿਹੜਾ ਉਹ ਸਾਡੇ ਯੋਗ ਨਹੀਂ ਹੈਗਾ। ਤੇਰਾ ਤਾਂ ਮੇਰੇ ਪਿਓ ਨੇ ਕਰ ਦਿੱਤਾ ਤੇ ਜਿਵੇਂ ਤੇਰਾ ਨਿਰਵਾਹ ਹੋਇਆ ਠੀਕ ਹੈ, ਪਰ ਅੱਗੇ ਅਸੀਂ ਪੀੜ੍ਹੀ ਦੇ ਵਿੱਚ ਨਹੀਂ ਦੇਣਾ, ਸਾਨੂੰ ਇਹ ਮਨਜ਼ੂਰ ਨਹੀਂ। ਤੇ ਫਿਰ ਕਿਤੇ ਹੋਰ ਕਰ ਦਿੱਤਾ। ਉਦੋਂ ਮੈਂ ਉਸ ਨੂੰ ਪਤੀ ਦੇ ਰੂਪ ਦੇ ਵਿੱਚ ਮਨ ਦੇ ਵਿੱਚ ਵੇਖ ਲਿਆ ਵੀ ਇਹ ਤਾਂ ਉਹ ਮੁੰਡਾ ਹੈ ਜਿਹਦੇ ਨਾਲ ਮੈਂ ਨਿੱਕੀ ਹੁੰਦੀ ਖੇਡਦੀ ਰਹੀ ਹਾਂ, ਤੇ ਉਹਨਾਂ ਹੀ ਮੈਨੂੰ ਗੁਨਾਹ ਲੱਗ ਗਿਆ। ਤੇ ਅੱਜ ਕੱਲ੍ਹ ਪਤਾ ਨਹੀਂ ਅਸੀਂ ਪਤੀ ਦੇ ਰੂਪ ਦੇ ਵਿੱਚ ਕਿੰਨਿਆਂ ਨੂੰ ਵੇਖ ਲੈਂਦੇ ਹਾਂ, ਕੋਈ ਅੰਤ ਹੀ ਨਹੀਂ। ਫਿਰ ਹੁਣ ਸਾਰੇ ਬੂਟੇ ਸੁੱਕਣਗੇ ਨਾ। ਇਹਨੂੰ ਕਹਿੰਦੇ ਨੇ ਪਤੀ ਵਰਤ, ਪਤੀ ਦੇ ਵਰਤ ਦੇ ਵਿੱਚ ਰਹਿਣਾ। ਜਦੋਂ ਕੁਆਰੀ ਹੈ ਉਸ ਸਮੇਂ ਦੀ ਉਡੀਕ ਕਰਨੀ, ਇੰਤਜ਼ਾਰ ਕਰਨੀ, ਤੇ ਜਦੋਂ ਵਿਆਹ ਹੋ ਗਿਆ ਬਸ ਆਪਣੇ ਪਤੀ ਨੂੰ ਪੁਰਖ ਮੰਨਣਾ ਹੈ, ਬਾਕੀ ਸਾਰਿਆਂ ਨੂੰ ਨਿਪੁਸੰਗ ਮੰਨਣਾ ਹੈ। ਪੁਰਖ ਨਹੀਂ ਮੰਨਣਾ, ਬੰਦਾ ਸਮਝਣਾ ਹੀ ਨਹੀਂ ਵੀ ਇਹ ਬੰਦਾ ਹੈ। ਕੇਵਲ ਆਪਣੇ ਬੰਦੇ ਨੂੰ ਬੰਦਾ ਸਮਝਣਾ, ਪਤੀ ਸਮਝਣਾ, ਦੂਜਿਆਂ ਨੂੰ ਬੰਦੇ ਹੀ ਨਹੀਂ ਸਮਝਣਾ। ਉਹਨੂੰ ਪਤੀ ਵਰਤ ਕਹਿੰਦੇ ਨੇ। ਹਰ ਦੂਜੜੀ ਲਾਭ। ਹੁਣ ਦੂਜੀ ਸਿੱਖਿਆ ਧੰਨ ਗੁਰੂ ਮਹਾਰਾਜ ਜੀ ਦੀ ਆਮ ਸੰਸਾਰੀ ਵਾਸਤੇ ਕਿ ਸਤਿਗੁਰ ਪੁਰਖ ਮਿਲਾਇਆ। ਸੱਚੇ ਸਤਿਗੁਰ ਨੇ ਕਿਰਪਾ ਕੀਤੀ ਹੈ, ਤੈਨੂੰ ਇੱਕ ਪੁਰਖ ਦੇ ਨਾਲ ਮਿਲਾਪ ਕਰਾ ਦਿੱਤਾ ਹੈ, ਤੈਨੂੰ ਤੇਰਾ ਪਤੀ ਦੇ ਦਿੱਤਾ ਹੈ। ਬਲਰਾਮ ਜੀਓ
ਉਹ ਮੇਰਾ ਵਾਹਿਗੁਰੂ ਅਕਾਲ ਪੁਰਖ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਮੈਂ ਉਸ ਤੋਂ ਵਾਰ ਨਹੀਂ ਬਲਿਹਾਰ ਨਹੀਂ ਜਾਣਾ। ਤੇ ਜਿਹੜਾ ਪਰਾਮਰਥ ਦਾ ਅੰਤਰੀਵ ਅਰਥ ਜਿਹਨੂੰ ਆਪ ਆਖਦੇ ਨੇ, ਜੋ ਸਾਨੂੰ ਪਰਾਮਰਥ ਦੇ ਮਾਰਗ ਤੇ ਤੋਰਦਾ ਹੈ, ਉਹ ਇਸ ਦਾ ਅਰਥ ਬਣਦਾ ਹੈ ਹਰ ਦੂਜੜੀ ਲਾਭ ਗੁਰੂ ਮਹਾਰਾਜ ਜੀ ਦੀ ਗੁਰਸਿੱਖਾਂ ਨੂੰ ਦੂਜੀ ਸਿੱਖਿਆ ਏਕੇ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਜਦੋਂ ਅਸੀਂ ਪਰਿਪੂਰਨ ਸੱਚੇ ਸਤਿਗੁਰ ਦੀ ਪਛਾਣ ਕਰ ਲਈ, ਪਰਿਪੂਰਨ ਗੁਰੂ ਦੇ ਦਰ ਤੇ ਆ ਗਏ, ਤੇ ਗੁਰੂ ਕਿਰਪਾ ਕਰਦਾ ਹੈ, ਸਾਡੀ ਪੂਰਨ ਰੂਪ ਦੇ ਵਿੱਚ ਰੱਖਿਆ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਨਾਲ ਸਾਨੂੰ ਮਿਲਾ ਦਿੰਦਾ ਹੈ ਜੀ। ਨਿਰਭਉ ਭੈ ਮਨ ਹੋਏ, ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਨਿਰਭਉ ਦਾ ਅਰਥ ਹੁੰਦਾ ਜਿਹਨੂੰ ਕੋਈ ਵੀ ਡਰ ਨਹੀਂ, ਤੇ ਭੈ ਦਾ ਅਰਥ ਹੈ ਡਰ। ਨਿਰਭਉ ਦਾ ਅਰਥ ਹੈ ਜਿਹਨੂੰ ਡਰ ਕੋਈ ਵੀ ਨਹੀਂ, ਤੇ ਭੈ ਦਾ ਅਰਥ ਹੈ ਜਿਹਦੇ ਅੰਦਰ ਡਰ ਹੈ। ਹੁਣ ਡਰ ਹੈ ਵੀ ਤੇ ਡਰ ਤੋਂ ਰਹਿਤ। ਨਿਰਭਉ ਪਰਮਾਤਮਾ ਜਿਹੜਾ ਉਹ ਨਿਰਭਉ ਹੈ, ਤੇ ਉਹਦੀ ਪ੍ਰਾਪਤੀ ਤਾਂ ਹੋਏਗੀ ਜੇ ਸਾਡੇ ਮਨ ਦੇ ਵਿੱਚ ਭੈ ਹੈਗਾ ਤਾਂ। ਨਿਰਭਉ ਡਰ ਕੋਈ ਨਹੀਂ, ਭੈ ਡਰ ਹੈ। ਮਨ ਹੋਏ, ਭੈ ਮਨ ਹੋਏ, ਮਨ ਦੇ ਵਿੱਚ ਡਰ ਹੋਵੇ, ਉਹ ਪਰਮਾਤਮਾ ਡਰ ਦੇਣ ਵਾਲਾ ਨਹੀਂ ਹੈਗਾ। ਨਿਰਭਉ ਦਾ ਅਰਥ ਹੈ ਡਰ ਦੇਣ ਵਾਲਾ ਨਹੀਂ ਹੈਗਾ, ਤੇ ਭੈ ਦਾ ਅਰਥ ਹੈ ਉਹਦਾ ਡਰ ਰੱਖਣਾ। ਡਰ ਦੇਣ ਵਾਲਾ ਨਹੀਂ ਤੇ ਫਿਰ ਉਹਦਾ ਡਰ ਰੱਖਣਾ। ਇਹਨੂੰ ਇਸ ਤਰ੍ਹਾਂ ਸਮਝਿਆ ਜਾਵੇਗਾ, ਵੈਸੇ ਨਹੀਂ ਸਮਝ ਆਏਗੀ, ਇੱਕ ਨੁਕਤੇ ਦੇ ਨਾਲ ਸਮਝ ਆਏਗੀ। ਇੱਕ ਔਰਤ ਹੈ, ਉਹ ਆਪਣੇ ਪਤੀ ਦੇ ਨਾਲ ਬਹੁਤ ਪਿਆਰ ਕਰਦੀ ਹੈ। ਪਿਆਰ ਕਰਦੀ ਹੈ, ਉਹਨੂੰ ਪਤਾ ਵੀ ਹੁਣ ਉਹ ਖੇਤ ਚੋਂ ਜਾਂ ਡਿਊਟੀ ਤੋਂ ਕਿਤੋਂ ਵੀ ਘਰ ਆਉਣ ਵਾਲਾ ਹੈ, ਤੇ ਆਣ ਕੇ ਉਹਨੇ ਪ੍ਰਸ਼ਾਦਾ ਛਕਣਾ ਹੈ। ਹੁਣ ਪ੍ਰਸ਼ਾਦਾ ਜਦੋਂ ਤਿਆਰ ਕਰਦੀ ਹੈ ਨਾ, ਉਦੋਂ ਮਨ ਦੇ ਵਿੱਚ ਡਰ ਹੈ, ਤੇ ਡਰ ਦੇ ਨਾਲ ਹੀ ਉੱਠ ਕੇ ਪ੍ਰਸ਼ਾਦਾ ਤਿਆਰ ਕਰਨ ਲੱਗ ਗਈ। ਇਹ ਭੈ ਮਨ ਹੋਏ, ਡਰ ਦੇ ਨਾਲ ਹੀ ਪ੍ਰਸ਼ਾਦਾ ਤਿਆਰ ਕਰਨ ਲੱਗੀ। ਤੇ ਜਦੋਂ ਪ੍ਰਸ਼ਾਦਾ ਤਿਆਰ ਕਰਦੀ, ਉਦੋਂ ਵੀ ਮਨ ਦੇ ਵਿੱਚ ਡਰ ਹੈ। ਉਦੋਂ ਮਨ ਦੇ ਵਿੱਚ ਕੀ ਡਰ ਹੈ? ਕਿਤੇ ਕੱਚਾ ਪੱਕਾ ਨਾ ਰਹਿ ਜਾਵੇ। ਕਿਉਂ? ਸਾਡੇ ਪਿਆਰ ਦੇ ਵਿੱਚ ਤਰੇੜ ਨਾ ਪੈ ਜਾਵੇ। ਜਿਹੜਾ ਸਾਡਾ ਪਿਆਰ ਬਣਿਆ ਨਾ ਪਤੀ ਪਤਨੀ ਦਾ, ਇਹਦੇ ਵਿੱਚ ਕਿਤੇ ਵਿੱਥੀ ਨਾ ਪੈ ਜਾਵੇ, ਫਰਕ ਨਾ ਪੈ ਜਾਵੇ। ਇਸ ਕਰਕੇ ਡਰ ਦੇ ਨਾਲ ਪ੍ਰਸ਼ਾਦਾ ਪਾਣੀ ਦਾਲ ਫੁਲਕਾ ਤਿਆਰ ਕਰਦੀ ਏ। ਇਹਨੂੰ ਫਿਰ ਕਹਿ ਦਿੰਦੇ ਨੇ ਪਵਿੱਤਰ ਭੈ। ਉਹ ਡਰ ਜਿਹਦੇ ਨਾਲ ਸਾਡੇ ਅੰਦਰ ਪਵਿੱਤਰਤਾ ਹੀ ਬਣ ਜਾਂਦੀ ਏ। ਤੇ ਹੁਣ ਗੁਰਸਿੱਖ ਜਿਹੜਾ, ਇਹਦੇ ਅੰਦਰ ਕੀ ਭੈ ਹੈ? ਜਦੋਂ ਗੁਰਬਾਣੀ ਪੜ੍ਹਦਾ ਨਾ, ਉਦੋਂ ਡਰ ਹੋਵੇ ਕਿ ਕਿਤੇ ਲੱਗ ਕੰਨਾ ਨਾ ਛੁੱਟ ਜਾਵੇ, ਕਿਤੇ ਗੁਰੂ ਮਹਾਰਾਜ ਜੀ ਦੀ ਗੋਦ ਦੇ ਵਿੱਚ ਮੈਂ ਬੈਠਾ, ਮੇਰੇ ਤੋਂ ਕੋਈ ਹੋਰ ਉੱਕ ਚੁੱਕ ਗਲਤੀ ਨਾ ਹੋ ਜਾਵੇ, ਕਿਤੇ ਗੁਰੂ ਦੇ ਨਾਲੋਂ ਮੇਰੀ ਵਿੱਥ ਨਾ ਪੈ ਜਾਵੇ ਇਸ ਗਲਤੀ ਕਰਕੇ। ਇਹ ਗੁਰਸਿੱਖ ਦੇ ਅੰਦਰ ਭੈ ਹੈ। ਦੋਵੇਂ ਸਮਝ ਲੈਣੇ ਨੇ। ਨਿਰਭਉ ਭੈ ਮਨ ਹੋਏ, ਜਦੋਂ ਪਤੀ ਜਿਹੜਾ ਨਿਰਭਉ ਹੈ, ਡਰ ਨਹੀਂ ਦਿੰਦਾ, ਉਹ ਡਰਾਉਂਦਾ ਨਹੀਂ, ਪਰ ਮਨ ਦੇ ਵਿੱਚ ਭੈ ਹੈ ਕਿ ਸਾਡਾ ਪਿਆਰ ਹੈ ਜਿਹੜਾ ਥੋਥਾ ਨਾ ਹੋ ਜਾਵੇ। ਤੇ ਇਹਦੇ ਨਾਲ ਫਾਇਦਾ ਕੀ ਹੋਏਗਾ? ਹਉਮੈ ਮੈਲ ਗਵਾਇਆ ਬਲਰਾਮ ਜੀ, ਜਿਹੜੀ ਸਾਡੇ ਅੰਦਰ ਹਉਮੈ ਦੀ ਮੈਲ ਹੈ ਨਾ, ਉਸ ਦਾ ਨਾਸ ਹੋ ਜਾਣਾ ਹੈ ਜੀ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਨਿਰਮਲ ਭਉ ਪਾਇਆ, ਇਹ ਪਵਿੱਤਰ ਡਰ ਜਿਹੜਾ ਉਹ ਪ੍ਰਾਪਤ ਹੋ ਗਿਆ, ਪਵਿੱਤਰ ਭਾਵਨਾ ਬਣ ਗਈ ਹੈ। ਹਰ ਗੁਣ ਗਾਇਆ, ਹਰੀ ਪਰਮਾਤਮਾ ਦੇ ਗੁਣ ਗਾਇਨ ਕਰਨ ਦੇ ਨਾਲ ਗੁਰਬਾਣੀ ਦੇ ਵਿੱਚ ਉਸ ਵਾਹਿਗੁਰੂ ਦੇ ਗੁਣ ਨੇ। ਗੁਰਬਾਣੀ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਨਾਲ ਭਰੀ ਹੋਈ ਏ। ਨਿਰਮਲ ਭਉ ਪਾਇਆ, ਗੁਰਮੁਖ ਪਿਆਰੇ ਜਿਹੜੇ ਨੇ ਉਸ ਵਾਹਿਗੁਰੂ ਦਾ ਡਰ ਅੰਦਰ ਧਾਰਨ ਕਰਕੇ ਜਦੋਂ ਗੁਰਬਾਣੀ ਨੂੰ ਪੜ੍ਹਦੇ ਨੇ, ਤੇ ਇਹਦੇ ਨਾਲ ਪਵਿੱਤਰ ਭਾਵਨਾ ਜਿਹੜੀ ਉਹ ਅੰਦਰ ਬਣ ਜਾਂਦੀ ਏ, ਅੰਦਰ ਪਵਿੱਤਰ ਹੋ ਜਾਂਦਾ ਏ। ਹਰ ਗੁਣ ਗਾਇਆ, ਹਰੀ ਕੀਤਾ, ਹਰ ਵੇਖੇ ਰਾਮ ਹਦੂਰੇ, ਹਾਜ਼ਰ ਨਾਜ਼ਰ ਹੈ। ਹਦੂਰੇ ਦਾ ਅਰਥ ਹੈ ਹਾਜ਼ਰ ਨਾਜ਼ਰ। ਹਰ ਵੇਖੇ, ਹਰੀ ਵੇਖਦਾ ਹੈ, ਰਾਮ ਹਦੂਰੇ, ਹਾਜ਼ਰ ਨਾਜ਼ਰ ਸਾਡੇ ਅੰਦਰ ਬੈਠਾ ਹੈ, ਤੇ ਸਾਨੂੰ ਅੰਦਰੋਂ ਵੇਖਦਾ ਵੀ ਇਸ ਦੇ ਅੰਦਰ ਕਿਤਨੀ ਕੋ ਨਿਰਮਲਤਾ ਹੈ, ਕਿਤਨਾ ਕੋ ਅੰਦਰ ਭਾਵਨਾ ਵਾਲਾ ਹੈ ਜੀ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ। ਉਹ ਅਕਾਲ ਪੁਰਖ ਵਾਹਿਗੁਰੂ ਆਤਮਕ ਰੂਪ ਹੋ ਕੇ ਉਸਨੇ ਪਸਾਰਾ ਕੀਤਾ ਹੈ। ਜਿਵੇਂ ਸੂਰਜ ਦਾ ਪਸਾਰਾ ਕਿਵੇਂ ਹੈ? ਕਿਰਨਾਂ ਦੇ ਨਾਲ। ਸੂਰਜ ਦਾ ਪਸਾਰਾ ਕਿਰਨਾਂ ਦੇ ਨਾਲ ਹੀ, ਕਿਰਨਾਂ ਧਰਤੀ ਤੇ ਆਉਂਦੀਆਂ ਨੇ, ਤੇ ਵੇਖੋ ਕਿਤਨਾ ਪਸਾਰਾ ਹੁੰਦਾ। ਜੇ ਧੁੱਪ ਨਾ ਹੋਵੇ ਨਾ, ਤੇ ਪੌਦੇ ਨੇ ਜਿਹੜੇ ਵਧਣਗੇ ਨਹੀਂ, ਤੇ ਅਸੀਂ ਵੀ ਨਹੀਂ ਵਧਾ ਫੁੱਲਾਂਗੇ। ਕਿਉਂਕਿ ਸਾਡੀਆਂ ਹੱਡੀਆਂ ਦੇ ਵਿੱਚ ਜਿਹੜਾ ਵਿਟਾਮਿਨ ਹੈ ਨਾ, ਜਿਹਨੂੰ ਡੀ ਵਿਟਾਮਿਨ ਆਖਦੇ ਨੇ, ਸੂਰਜ ਤੋਂ ਮਿਲਦਾ ਹੈ। ਸੂਰਜ ਦੀਆਂ ਕਿਰਨਾਂ ਤੋਂ ਸਾਡੀਆਂ ਹੱਡੀਆਂ ਨੂੰ ਡੀ ਵਿਟਾਮਿਨ ਮਿਲਦਾ, ਅਸੀਂ ਪੱਕੇ ਹੁੰਨੇ ਆ, ਹੱਡ ਪੱਕਦੇ ਨੇ ਸਾਡੇ। ਤੇ ਜਿਤਨੀ ਵੀ ਬਨਸਪਤੀ ਇਹਨੂੰ ਤੁਸੀਂ ਛਾਵੇਂ ਬੀਜ ਦਿਓ, ਇਹ ਵਧੇ ਫੁੱਲੇਗੀ ਨਹੀਂ, ਕਿਉਂਕਿ ਇਸ ਨੂੰ ਸੂਰਜ ਤੋਂ ਪ੍ਰਕਾਸ਼ ਦੀਆਂ ਕਿਰਨਾਂ ਨੇ, ਜਿਹੜੀਆਂ ਕਿਰਨਾਂ ਦੇ ਨਾਲ ਪਰਨ ਹਰ ਪਦਾਰਥ ਦੇ ਨਾਲ ਹੀ ਆਪਣਾ ਭੋਜਨ ਤਿਆਰ ਕਰਦੀਆਂ ਨੇ।
ਪੌਦੇ ਨੇ ਜਿਹੜੇ, ਇੱਕ ਕਿਰਿਆ ਉਹਨੂੰ ਪਰਨਹਰਤ ਕਿਰਿਆ ਆਖਦੇ ਨੇ, ਤੇ ਇਹ ਸੂਰਜ ਦੀਆਂ ਕਿਰਨਾਂ ਦੇ ਨਾਲ ਸੰਪਰਕ ਕਰਕੇ ਪੌਦੇ ਆਪਣਾ ਭੋਜਨ ਤਿਆਰ ਕਰਦੇ ਨੇ, ਜਿਹਦੇ ਨਾਲ ਨਵੀਆਂ ਸ਼ਾਖਾਵਾਂ, ਨਵੀਆਂ ਟਾਹਣੀਆਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ। ਆ ਵੇਖਦੇ ਹੋ ਨਾ, ਸਿਆਲ ਦੇ ਦਿਨਾਂ ਵਿੱਚ ਜਦੋਂ ਲੋੜ ਤੋਂ ਜ਼ਿਆਦਾ ਠੰਡ ਹੁੰਦੀ, ਕਈ ਦਿਨ ਸੂਰਜ ਨਹੀਂ ਹੁੰਦਾ ਤੇ ਪੱਤੇ ਸੁੱਕ ਜਾਂਦੇ ਨੇ, ਧਰਤੀ ਤੇ ਡਿੱਗ ਪੈਂਦੇ ਨੇ। ਉਹ ਪਰਮਾਤਮਾ ਦਾ ਪਸਾਰਾ ਕੀਤਾ ਹੋਇਆ ਤੇ ਕੀਤਾ ਹੋਇਆ ਆਤਮਿਕ ਰੂਪ ਹੋ ਕੇ, ਸਾਰਿਆਂ ਵਿੱਚ ਰਮਿਆ ਹੋਇਆ ਆਤਮਾ ਬਣ ਕੇ। ਸੁਆਮੀ ਹੈ ਸਭ ਦਾ, ਸਰਬ ਰਿਆ ਭਰਪੂਰੇ, ਕੋਈ ਵੀ ਥਾਂ ਖਾਲੀ ਨਹੀਂ, ਸਾਰਿਆਂ ਦੇ ਵਿੱਚ ਵਿਆਪਕ ਹੈ ਜੀ, ਪਰਿਪੂਰਨ ਹੈ ਜੀ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਉਹ ਪ੍ਰਭੂ ਪਰਮਾਤਮਾ ਅੰਦਰ ਤੇ ਬਾਹਰ, ਹਰੀ ਵਾਹਿਗੁਰੂ ਸਾਰਿਆਂ ਦੇ ਵਿੱਚ ਆਇਆ ਹੋਇਆ, ਪ੍ਰਭੁਤਾ ਦਾ ਮਾਲਕ ਇੱਕੋ ਹੀ ਹੈ। ਮਿਲ ਹਰ ਜਨ, ਗੁਰਸਿੱਖਾਂ ਦੇ ਨਾਲ, ਹਰ ਜਨ ਦਾ ਤੇ ਗੁਰਸਿੱਖ, ਹਰ ਜਨ ਦੋ ਇੱਕ ਹੈ। ਹਰੀ ਤੇ ਹਰੀ ਦਾ ਸਿੱਖ ਇੱਕੋ ਹੀ ਰੂਪ ਨੇ। ਅੰਤਰ ਬਾਹਰ ਹਰ ਪ੍ਰਭ ਏਕੋ, ਵਾਹਿਗੁਰੂ ਅੰਦਰ ਤੇ ਬਾਹਰ ਇੱਕ ਵਿਆਪਕ ਏ। ਮਿਲ ਗੁਰਸਿੱਖਾਂ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੇ ਜਸ ਗਾਇਨ ਕੀਤੇ ਜਾਂਦੇ ਹਨ ਜੀ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਬਜਾਈ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜੀ ਦੂਜੀ ਸਿੱਖਿਆ ਚਲਾਈ ਹੈ ਨਾ, ਦਿੱਤੀ ਕੀਤੀ ਇੱਥੇ ਗੁਰਸਿੱਖਾਂ ਨੂੰ ਤੇ ਪਰਿਵਾਰ ਵਾਲਿਆਂ ਸਾਰਿਆਂ ਨੂੰ, ਇਹਦੇ ਨਾਲ ਅੰਦਰ ਅਣਹਦ ਧੋਣੀ ਜਿਹੜੀ ਉਹ ਪੈਦਾ ਹੁੰਦੀ ਏ। ਅਣਹਦ ਸ਼ਬਦ ਬਜਾਏ, ਇਹਦੇ ਨਾਲ ਸਾਡੇ ਅੰਦਰ ਸ਼ਬਦ ਵੱਜਦਾ ਹੈ ਤੇ ਉਹ ਸ਼ਬਦ ਅਣਹਦ ਹੈ। 3 ਪ੍ਰਕਾਰ ਦੇ ਸ਼ਬਦ ਨੇ, ਅੱਗੇ ਵੀ ਕਈ ਵਾਰੀ ਆਪਾਂ ਵਿਚਾਰਾਂ ਕੀਤੀਆਂ ਨੇ। ਅਣਹਦ ਇੱਕ ਅੱਖਰਾਂ ਤੋਂ ਪੈਦਾ ਹੁੰਦਾ ਹੈ। ਭਾਈ ਗ੍ਰੰਥੀ ਸਿੰਘ ਪੜ੍ਹ ਰਿਹਾ ਹੈ, ਮੈਂ ਬੋਲ ਰਿਹਾ, ਕਥਾ ਕਰ ਰਿਹਾ, ਵਿਚਾਰਾਂ ਕਰ ਰਿਹਾ, ਇਹ ਵਰਣਾਤਮਕ ਧੁਨ ਹੈ, ਸ਼ਬਦ ਹੈ, ਸ਼ਬਦ ਦੇ ਨਾਲ ਉਤਪਤੀ ਹੈ। ਤੇ ਦੂਜੀ ਜਿਹੜੀ ਉਹਨੂੰ ਧੁਨਾਤਮਕ ਆਖਦੇ ਨੇ, 2 ਚੀਜ਼ਾਂ ਟਕਰਾਉਣਗੀਆਂ, ਆਵਾਜ਼ ਨਿਕਲੇਗੀ। ਇਹ ਉਹ ਸ਼ਬਦ ਹੈ ਜਿੰਦੀ ਹੱਦ ਵੀ ਕੋਈ ਨਹੀਂ ਤੇ ਅਣਹੱਦ, ਤੇ ਵੱਜਦਾ ਵੀ ਕੁਝ ਨਹੀਂ, ਆਪਣੇ ਆਪ ਹੀ ਪੈਦਾ ਹੋ ਰਿਹਾ, ਉਹ ਅੰਦਰ ਉਤਪਨ ਹੋ ਰਿਹਾ। ਇਹਨੂੰ ਇਸ ਤਰ੍ਹਾਂ ਸਮਝ ਲਓ, ਜਿਵੇਂ ਬੱਚੇ ਨੂੰ ਕਹਿ ਦਈਏ ਨਾ ਵੀ ਤੈਨੂੰ ਸਕੂਲ 'ਚੋਂ ਛੁੱਟੀਆਂ ਹੋ ਗਈਆਂ ਤੇ ਤੂੰ ਨਾਨਕੀ ਜਾ ਰਿਹਾ, ਤੇ ਉਹਦੇ ਅੰਦਰ ਫਿਰ ਚਾਅ ਵੱਜ ਜਾਂਦਾ ਹੈ, ਉਹ ਟਪੂਸੀਆਂ ਮਾਰਦਾ ਫਿਰਦਾ, ਆਨੰਦ ਦੇ ਵਿੱਚ ਹੋ ਜਾਂਦਾ, ਫਿਰ ਸਾਰਿਆਂ ਨੂੰ ਦੱਸਦਾ ਹੈ। ਇਸੇ ਤਰ੍ਹਾਂ ਇਹ ਅਣਹੱਦ ਸ਼ਬਦ ਹੈ, ਅਣਹੱਦ ਸ਼ਬਦ ਹੈ, ਨਿਰਵਾਣ ਪਦਵੀ ਹੈ, ਚੌਥੀ ਅਵਸਥਾ ਹੈ, ਇਹ ਪ੍ਰਾਪਤ ਹੋ ਜਾਂਦੀ ਹੈ। ਸ਼ਬਦ ਬਜਾਏ ਵੱਜਣ ਲੱਗ ਜਾਂਦੇ ਨੇ। ਧੰਨ ਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦੇ ਨਾਲ 2 ਪੌੜੀਆਂ 2 ਲਾਵਾਂ ਦੀ ਵਿਚਾਰ ਹੋਈ ਹੈ, 2 ਰਹਿ ਗਈਆਂ ਨੇ। ਗੁਰੂ ਜੀ ਆਪ ਕਿਰਪਾ ਕਰਨਗੇ, ਜਿਸ ਤਰ੍ਹਾਂ ਦੀ ਬੁੱਧੀ ਦੇਣਗੇ ਉਸ ਤਰ੍ਹਾਂ ਦੀ ਸੇਵਾ ਆਪ ਲੈ ਲੈਣਗੇ। ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਹਿਬ ਸਿਉ ਮੇਲ। ਜਨ ਨਾਨਕ ਦੂਜੀ ਲਾਭ ਚਲਾਈ, ਅਣਹਦ ਸ਼ਬਦ ਵਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।